ਡੈਮੋਕ੍ਰੇਟਿਕ ਟੀਚਰਸ ਫਰੰਟ ਦੇ ਸੂਝਵਾਨ ਅਤੇ ਜੁਝਾਰੂ ਸਾਥੀ, ਇੱਕ ਵਧੀਆ ਅਧਿਆਪਕ ਸਾਥੀ ਕ੍ਰਿਸ਼ਨ ਸਿੰਘ ਜੀ ਦੀ ਸੇਵਾ ਮੁਕਤੀ ਦੀ ਸਨਮਾਨ ਸਮਾਰੋਹ ਦੇ ਮੌਕੇ 'ਤੇ ਆਪਣੇ ਅਧਿਕਾਰਾਂ ਦੇ ਲਈ, ਆਪਣੀਆਂ ਜ਼ਿੰਮੇਵਾਰੀਆਂ ਲਈ ਇੱਥੇ ਕਨਵੈਨਸ਼ਨ ਵਿੱਚ ਸ਼ਾਮਲ ਸਤਿਕਾਰਯੋਗ ਸਾਥੀ ਕ੍ਰਿਸ਼ਨ ਸਿੰਘ ਜੀ, ਉਹਨਾਂ ਦੇ ਪਰਿਵਾਰਕ ਮੈਂਬਰ ਸਾਹਿਬਾਨ, ਸਾਡੇ ਸੂਝਵਾਨ ਸੀਨੀਅਰ ਪੱਤਰਕਾਰ ਟ੍ਰਿਬਿਊਨ ਦੇ ਸਰਦਾਰ ਹਮੀਰ ਸਿੰਘ ਜੀ, ਸਾਡੇ ਸਾਥੀ ਗੁਰਪਿਆਰ ਸਿੰਘ ਜੀ DTF ਮਾਨਸਾ ਦੇ ਜ਼ਿਲ੍ਹਾ ਪ੍ਰਧਾਨ, ਅਤੇ ਹਾਲ ਵਿੱਚ ਸ਼ਾਮਲ ਪਿਆਰੇ ਅਧਿਆਪਕ ਸਾਥੀਓ, ਭੈਣੋ ਅਤੇ ਹੋਰ ਸੱਜਣੋ, ਮੈਂ ਸਭ ਤੋਂ ਪਹਿਲਾਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅਤੇ ਡੈਮੋਕ੍ਰੇਟਿਕ ਟੀਚਰਸ ਫਰੰਟ ਵੱਲੋਂ ਆਪਣੇ ਸਿਦਕਵਾਨ ਸਾਥੀ ਸਰਦਾਰ ਕ੍ਰਿਸ਼ਨ ਸਿੰਘ ਜੀ ਨੂੰ ਉਹਨਾਂ ਦੀ ਸੇਵਾ ਮੁਕਤੀ 'ਤੇ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਪੂੰਜੀਵਾਦ ਦੇ ਸਿਖਰਲੇ ਦੌਰ ਦੇ ਵਿੱਚ ਜਦੋਂ ਲੋਕ ਆਪਣੀ ਹੋਂਦ ਲਈ ਲੜ ਰਹੇ ਹੋਣ, ਇਸ ਸਮੇਂ 'ਚ ਜੇ ਸੇਵਾ ਮੁਕਤੀ ਜਿਉਂਦੀ ਜਾਗਦੀ ਹੈ ਤਾਂ ਉਹ DTF ਵਰਗੇ ਜਥੇਬੰਦੀਆਂ ਦੇ ਕਾਰਨ ਅਤੇ ਸਾਥੀ ਕ੍ਰਿਸ਼ਨ ਸਿੰਘ ਵਰਗੇ ਸੈਂਕੜੇ ਸਾਥੀਆਂ ਦੇ ਕਾਰਨ ਹੈ ਕਿ 2020 ਦੇ ਵਿੱਚ ਵੀ ਸੇਵਾ ਮੁਕਤੀ ਹੋ ਰਹੀ ਹੈ। ਜੇਕਰ ਇਵੇਂ ਦੇ ਸਾਥੀ 1991 ਤੋਂ ਬਾਅਦ ਆਪਣਾ ਫਰਜ਼ ਨਾ ਸਮਝਦੇ, ਲੋਕਾਂ ਨੂੰ ਜਾਗਰਿਤ ਨਾ ਕਰਦੇ, ਲੜਾਈ ਦੇ ਵਿੱਚ ਛੋਟੇ ਹੋਣ ਦੇ ਬਾਵਜੂਦ, ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਦਾਨ ਦੇ ਵਿੱਚ ਨਾ ਉਤਰਦੇ, ਤਾਂ ਸੇਵਾ ਮੁਕਤੀਆਂ ਦਾ ਸਿਲਸਿਲਾ ਕਦੋਂ ਦਾ ਬੰਦ ਹੋ ਜਾਣਾ ਸੀ। ਜੇ ਇਹ ਸਿਲਸਿਲਾ ਚੱਲ ਰਿਹਾ ਹੈ ਤਾਂ ਇਹਦੇ ਅੰਦਰ ਸਾਥੀ ਕ੍ਰਿਸ਼ਨ ਹੋਰਾਂ ਵਰਗੇ ਅਨੇਕਾਂ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਥੀ ਕ੍ਰਿਸ਼ਨ ਕਿਵੇਂ ਬਣਦੇ ਹੈ? ਸਾਥੀ ਹਮੀਰ ਸਿੰਘ ਹੋਰਾਂ ਨੇ ਬਹੁਤ ਗਿਆਨਵਾਨ ਅਤੇ ਸਟੀਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੂੰ ਸੁਣਨ ਦਾ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ। ਉਹਨਾਂ ਨੇ ਸਿੱਖਿਆ ਦੇ ਬਾਰੇ, ਸਿੱਖਿਆ ਦਾ ਸਮਾਜਿਕ ਸਰੋਕਾਰ ਕੀ ਹੈ, ਇਹਦੇ ਬਾਰੇ, ਇੱਕ ਅਧਿਆਪਕ ਦਾ ਰੋਲ ਕਿੱਥੋਂ ਤੱਕ ਹੈ, ਕਲਾਸਰੂਮ ਦੀ ਚਾਰ ਦੀਵਾਰੀ ਦੇ ਅੰਦਰ ਤੱਕ ਸੀਮਤ ਹੈ, ਸਕੂਲ ਦੀ ਚਾਰ ਦੀਵਾਰੀ ਤੱਕ ਹੈ, ਇੱਕ ਆਪਣੇ ਉਸ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਉਹਦੇ ਸਰੋਕਾਰ ਉੱਥੋਂ ਤੱਕ ਹੈ, ਜਾਂ ਫਿਰ ਇਹਦੇ ਤੋਂ ਵੀ ਵੱਧ ਕੇ ਕਿ ਸਮਾਜ ਦੇ ਹਰੇਕ ਉਸ ਤਬਕੇ ਨੂੰ, ਹਰੇਕ ਉਸ ਵਿਅਕਤੀ ਨੂੰ, ਹਰੇਕ ਉਸ ਘਟਨਾ ਨੂੰ ਜਿਹੜੀ ਸਾਡੇ ਸਮਾਜ ਦੇ ਉੱਤੇ ਕਿਸੇ ਨਾ ਕਿਸੇ ਕੋਨੇ ਤੋਂ ਕੋਈ ਪ੍ਰਭਾਵ ਛੱਡਦੀ ਹੈ, ਉਹਨੂੰ ਸਿੱਧੇ ਹੋ ਕੇ ਸੰਬੋਧਨ ਹੋਣਾ ਹੈ। ਇਹ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨੂੰ ਕਿੱਥੋਂ ਤੱਕ ਸੰਬੋਧਨ ਹੁੰਦਾ ਹੈ। ਸਾਥੀ ਹਮੀਰ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਕਰਦਿਆਂ ਕਰਦਿਆਂ ਸਾਡੇ ਲਈ ਸਵਾਲ ਵੀ ਛੱਡੇ। ਅਧਿਆਪਕਾਂ ਦੀ ਲਹਿਰ ਅੱਜ ਕਿੱਥੇ ਹੈ? ਅਸੀਂ ਅੱਜ ਕਿੱਥੇ ਹਾਂ? ਸਾਡੇ ਅੰਦਰ 50% ਜਿਹੜੀਆਂ ਔਰਤਾਂ ਨੇ ਉਹ ਅੱਜ ਸਫਾਂ ਦੇ ਅੰਦਰ ਕਿਉਂ ਨਹੀਂ ਹੈ, ਕਿਉਂ ਘੱਟ ਨੇ? ਉਹਨਾਂ ਦੀ ਅਣਹੋਂਦ ਵਿੱਚ ਜਾਂ ਉਹਨਾਂ ਦੀ ਇਸ ਕਦਰ ਘਾਟ ਦੇ ਵਿੱਚ ਕੀ ਜੇਤੂ ਲੜਾਈ ਲੜਨ ਦੀ ਕਮਾਨ ਆਪਾਂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ? ਇਹ ਬਹੁਤ ਸਾਰੇ ਸਵਾਲ ਛੱਡੇ ਹੈ। ਇਹਨਾਂ ਸਵਾਲਾਂ ਨੂੰ ਮੁਖਾਤਿਬ ਹੋਣਾ ਹੈ, ਇਹਨਾਂ ਦੇ ਜਵਾਬ ਲੱਭਣੇ ਹੈ, ਅਤੇ ਜਵਾਬ ਖਲਾਅ ਦੇ ਵਿੱਚੋਂ ਨਹੀਂ ਲੱਭੇ ਜਾਂਦੇ। ਜਵਾਬ ਲਈ ਲੋਕਾਂ ਨੂੰ ਸਿੱਧੇ ਹੋ ਕੇ ਸੰਬੋਧਨ ਹੋਣਾ ਪੈਂਦਾ ਹੈ। ਜਵਾਬ ਲਈ ਸਾਨੂੰ ਆਪਣੇ ਦਿਸ ਹੱਦੇ ਜਿਹੜੇ ਅਸੀਂ ਆਪਣੇ ਆਲੇ ਦੁਆਲੇ ਵਾਹੇ ਹੋਏ ਆ ਉਹਨਾਂ ਨੂੰ ਟੱਪਣਾ ਪੈਂਦਾ ਹੈ।
ਉਹਨਾਂ ਨੂੰ ਉਲੰਘਣਾ ਪੈਂਦਾ ਹੈ। ਇਸ ਕਰਕੇ ਇਹ ਸੇਵਾ ਮੁਕਤੀ ਦਾ ਸਮਾਰੋਹ ਹੈ। ਬਹੁਤ ਸਾਰੇ ਸਮਾਰੋਹ 'ਤੇ ਜਾਂਦੇ ਆ ਸੇਵਾ ਮੁਕਤੀ ਵਾਲਿਆਂ 'ਤੇ, ਉਹ ਸੇਵਾ ਮੁਕਤੀ ਤੱਕ ਸੀਮਤ ਹੁੰਦੇ ਆ। ਉਹ ਇੱਕ ਸਾਥੀ ਦੇ ਬਾਰੇ, ਉਹਦੀਆਂ ਜੀਵਨ ਬਾਰੇ, ਉਹਦੇ ਨਾਲ ਆਪਣੇ ਬਿਤਾਏ ਪਲਾਂ ਬਾਰੇ ਗੱਲਾਂ ਕਰਨ ਤੱਕ ਸੀਮਤ ਹੁੰਦੇ ਆ। ਪਰ ਤੁਸੀਂ ਇਸ ਨੂੰ ਕਨਵੈਨਸ਼ਨ ਦਾ ਰੂਪ ਦਿੱਤਾ ਹੈ। ਇਹ ਚੰਗੀ ਗੱਲ ਹੈ, ਇਹ ਸਾਨੂੰ ਲੋੜ ਹੈ ਅਤੇ ਸਾਨੂੰ ਇਸ ਪਾਸੇ ਵੱਲ ਨੂੰ ਵਧਣਾ ਪਏਗਾ, ਤੁਰਨਾ ਪਏਗਾ ਕਿ ਜਿਸ ਸਮਾਜ ਦੇ ਅੰਦਰ ਅਸੀਂ ਹੈਗੇ ਹਾਂ, ਉਹ ਸਮਾਜ ਦੇ ਅੰਦਰ ਅਸਲ ਦੇ ਵਿੱਚ ਅਸੀਂ ਹੈਗੇ ਕਿੱਥੋਂ ਤੱਕ ਹਾਂ। ਅਧਿਆਪਕ ਦੇ ਤੌਰ 'ਤੇ ਅਸੀਂ ਕਿੱਥੋਂ ਤੱਕ ਹਾਂ, ਸਾਡਾ ਪ੍ਰਭਾਵ ਕਿੰਨਾ ਹੈ। ਅੱਜ ਆਪਾਂ 21ਵੀਂ ਸਦੀ ਦੇ 20ਵੇਂ ਸਾਲ ਨੂੰ ਲੰਘਣ ਲੱਗੇ ਹਾਂ ਅਤੇ ਇਹ ਸਾਲ ਦੁਬਾਰਾ ਵਰਤਾਰਿਆਂ ਨੂੰ 100 ਸਾਲ ਬਾਅਦ ਦੁਹਰਾਇਆ ਜਾ ਰਿਹਾ ਹੈ। ਇਹੀ ਉਹ ਸਮਾਂ ਸੀ ਜਦੋਂ ਅੱਜ ਤੋਂ 100 ਸਾਲ ਪਹਿਲਾਂ ਦੁਨੀਆ ਦੇ ਵਿੱਚ ਫਾਸ਼ੀਵਾਦ ਜਿਹੜਾ ਪਨਪ ਰਿਹਾ ਸੀ ਅਤੇ ਉਹ ਇਟਲੀ ਦੇ ਅੰਦਰ ਦਸਤਕ ਦਿੱਤੀ ਉਹਨੇ ਮੁਸੋਲੀਨੀ ਦੇ ਰੂਪ ਵਿੱਚ। ਇਹੀ ਉਹ ਸਮਾਂ ਸੀ ਬਿਲਕੁਲ 100 ਸਾਲ ਪਹਿਲਾਂ ਦਾ, ਜਦੋਂ ਦੁਨੀਆ 'ਚ ਬਹੁਤ ਸਾਰੀ ਬੇਚੈਨੀ ਸੀ। ਸਮਾਜਿਕ ਬੇਚੈਨੀ ਵੀ ਸੀ, ਰਾਜਨੀਤਿਕ ਬੇਚੈਨੀ ਅਤੇ ਸਭ ਤੋਂ ਵੱਧ ਕੇ ਆਰਥਿਕ ਬੇਚੈਨੀ ਵੀ ਸੀ। ਜਦੋਂ ਜਰਮਨੀ ਦੇ ਅੰਦਰ ਹਿਟਲਰ ਦੀ ਪਾਰਟੀ ਜਿਹੜੀ ਉਹਨੇ ਰਾਸ਼ਟਰਵਾਦ ਦੇ ਨਾਂ 'ਤੇ ਬਣਾਈ ਸੀ ਅਤੇ ਸਮਾਜਵਾਦ ਦੇ ਨਾਂ 'ਤੇ ਵੀ ਬਣਾਈ ਸੀ, ਉਹਦੀ ਜਿਹੜੀ ਉਹ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਸ ਪਾਰਟੀ, ਜਿਹਨੂੰ ਨਾਜ਼ੀ ਪਾਰਟੀ ਵੀ ਕਹਿੰਦੇ ਆ, ਤਾਂ ਉਹ ਕਿਵੇਂ ਆਇਆ? ਉਹ ਕਿਵੇਂ ਉੱਥੋਂ ਦੇ ਖੱਬੇ ਪੱਖੀਆਂ ਦੀ ਜਿਹੜੀ ਫੇਲੀਅਰ ਸੀ, ਖੱਬੇ ਪੱਖੀਆਂ ਤੋਂ ਜਿਹੜੀਆਂ ਆਸਾਂ ਲੋਕਾਂ ਨੂੰ ਸੀ, ਜਦੋਂ ਉਹ ਪੂਰੀਆਂ ਨਹੀਂ ਕਰ ਪਾਏ ਤਾਂ ਉਹਦਾ ਸਿੱਟਾ ਜਿਹੜਾ ਸੀ ਉਹ ਹਿਟਲਰ ਦੇ ਫਾਸ਼ੀਵਾਦ ਦੇ ਰੂਪ 'ਚ ਜਰਮਨੀ ਨੂੰ ਭੁਗਤਣਾ ਪਿਆ। ਇਕੱਲੀ ਜਰਮਨੀ ਨੂੰ ਨਹੀਂ, ਉਹ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ ਸਿੱਟਾ ਭੁਗਤਣਾ ਪਿਆ। ਮੁਸੋਲੀਨੀ ਇਟਲੀ ਦੇ ਅੰਦਰ ਆਪਣੀ ਪਾਰਟੀ, ਜਿਹਦਾ ਨਾਮ ਫਾਸ਼ਿਸਟ ਪਾਰਟੀ ਸੀ, ਉਹਦੇ ਰੂਪ 'ਚ ਆ ਕੇ ਮੁਸੋਲੀਨੀ ਹਿਟਲਰ ਦੂਸਰੀ ਸੰਸਾਰ ਜੰਗ ਦੇ ਅੰਦਰ ਕਿਸ ਕਦਰ ਉਹ ਲੋਕਾਂ ਨੂੰ ਨਪੀੜਦੇ ਹੈ, ਲੋਕਾਂ ਨੂੰ ਮਾਰਦੇ ਹੈ। ਅਤੇ ਜਰਮਨੀ ਦੇ ਅੰਦਰ ਹੋਲੋਕਾਸਟ, ਉਹ ਜਿਹੜੇ ਗੈਸ ਦੇ ਚੈਂਬਰਾਂ 'ਚ ਘੁੱਟ-ਘੁੱਟ ਕੇ ਜਰਮਨੀਆਂ ਨੂੰ ਮਾਰਿਆ। 65 ਲੱਖ ਯਹੂਦੀ ਅਤੇ ਹੋਰ ਲੜਨ ਵਾਲੇ ਲੋਕ ਜਿਹੜੇ ਸੀ, ਉਹਨਾਂ ਚੈਂਬਰਾਂ 'ਚ ਘੁੱਟ ਕੇ ਮਾਰ ਦਿੱਤੇ। ਉਹ ਸੁੱਤੇ ਸਿੱਧ ਨਹੀਂ ਸੀ ਹੋਇਆ। ਅੱਜ 100 ਸਾਲ ਬਾਅਦ ਆਪਾਂ ਉਸ ਦੌਰ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਹਾਂ। ਇਸ ਕਰਕੇ ਇਹਦੇ ਵਿੱਚ ਅਧਿਆਪਕਾਂ ਦੀਆਂ ਜਥੇਬੰਦੀਆਂ ਨੂੰ ਪਹਿਲਾਂ ਦੇ ਨਾਲੋਂ ਵਧੇਰੇ ਕ੍ਰਿਟੀਕਲ, ਪਹਿਲਾਂ ਦੇ ਨਾਲੋਂ ਵਧੇਰੇ ਸੰਜੀਦਾ ਅਤੇ ਪਹਿਲਾਂ ਦੇ ਨਾਲੋਂ ਵਧੇਰੇ ਆਪਣੇ ਨਿਸ਼ਾਨੇ ਪ੍ਰਤੀ ਪ੍ਰਤੀਬੱਧ ਹੋਣ ਦੀ ਲੋੜ ਹੈਗੀ ਹੈ। ਪਹਿਲਾਂ ਦੇ ਨਾਲੋਂ ਕਿਤੇ ਵਧੇਰੇ। ਇਹ ਸਾਡਾ ਸਫ਼ਰ ਕਲਾਸਰੂਮ ਤੋਂ ਸ਼ੁਰੂ ਹੋਣਾ ਹੈ ਅਤੇ ਬੱਚੇ ਨੂੰ ਸਿੱਖਿਆ ਦੇ ਨਾਲ ਜੋੜਦਿਆਂ ਸਿੱਖਿਆ ਦੇ ਸਰੋਕਾਰਾਂ ਨਾਲ ਜੋੜਨ ਦਾ ਜਿਹੜਾ ਵੱਡਾ ਕਾਜ ਹੈ, ਜੇ ਤੋਂ ਆਪਾਂ ਕਿਸੇ ਨਾ ਕਿਸੇ ਰੂਪ 'ਚ ਭਟਕੇ ਹੋਏ ਹਾਂ ਕਿ ਸਿੱਖਿਆ ਕਿਹਦੇ ਲਈ ਹੈ। ਅਸੀਂ ਸਮਾਜ ਲਈ ਸਿੱਖਿਅਤ ਲੋਕਾਂ ਨੂੰ ਕਿਵੇਂ ਤਿਆਰ ਕਰਨਾ ਹੈ। ਉਹਨਾਂ ਨੂੰ ਅੰਬਾਨੀਆਂ ਦੀ, ਅਡਾਨੀਆਂ ਦੀ, ਜਿਹੜੇ ਹੋਰ ਮਲਟੀਨੈਸ਼ਨਲ ਕੰਪਨੀਆਂ ਦੇ ਸੇਲਜ਼ਮੈਨ ਬਣਾਉਣ ਵਾਲੀ ਸਿੱਖਿਆ ਵੱਲ ਵਧਣਾ ਹੈ। ਅਤੇ ਸਿੱਖਿਆ ਦੇ ਉੱਤੇ ਹਮਲੇ ਕਿਸ ਕਦਰ ਨੇ, ਇਹ ਸਭ ਨੂੰ ਵਿਚਾਰਨ ਦੀ ਲੋੜ ਹੈਗੀ ਹੈ। ਸਾਨੂੰ ਇਹੋ ਜਿਹੇ ਸੈਮੀਨਾਰਾਂ ਦੀ ਬਹੁਤ ਸਾਰੀ ਲੋੜ ਹੈ, ਜਿੱਥੇ ਅਸੀਂ ਆਪਣੀ ਰੈਲੀਆਂ ਵਾਲੇ ਨਾਅਰਿਆਂ ਤੋਂ ਬਾਹਰ ਆ ਕੇ ਕੋਈ ਗੰਭੀਰ ਸੋਚ ਸਕੀਏ। ਇਕੱਲੀ ਸਰਕਾਰ ਦੀ ਮੁਰਦਾਬਾਦ ਹੱਲ ਨਹੀਂ ਹੈ, ਇਕੱਲੀ ਸਿਸਟਮ ਦੀ ਮੁਰਦਾਬਾਦ ਕਰਕੇ ਝੰਡੇ ਚੁੱਕ ਕੇ ਹੱਲ ਨਹੀਂ ਹੋ ਸਕਦਾ। ਜਿੰਨਾ ਸਮਾਂ ਸਾਡੇ ਕੋਲ ਕੋਈ ਸਿਧਾਂਤਕ ਪਰਿਪੇਖ ਨਹੀਂ ਹੈਗਾ, ਥਿਓਰੈਟੀਕਲ ਕੰਟੈਕਸਟ ਬੜਾ ਜ਼ਰੂਰੀ ਹੈ, ਜਿੰਨਾ ਸਮਾਂ ਸਾਡੇ ਕੋਲ ਉਹ ਨਹੀਂ ਤਾਂ ਅਸੀਂ ਸਮਾਜ ਨੂੰ ਉਹਦੇ ਸਰੋਕਾਰਾਂ ਦੇ ਅਨੁਸਾਰ ਸੰਬੋਧਿਤ ਨਹੀਂ ਹੋ ਸਕਦੇ। ਭੀੜ ਇਕੱਠੀ ਕਰ ਸਕਦੇ ਹਾਂ, ਹੋ ਹੱਲਾ ਵਧਾ ਸਕਦੇ ਹਾਂ ਅਤੇ ਆਪਣੀ ਜਥੇਬੰਦੀ ਦੀ ਕੁਝ ਸਮੇਂ ਤੱਕ ਦੀ ਵਾਹ ਵੀ ਖੱਟ ਸਕਦੇ ਹਾਂ।
ਇਸ ਤੋਂ ਅੱਗੇ ਗੰਭੀਰ ਲੜਾਈ ਲੜਨ ਦੀ ਲੋੜ ਹੈਗੀ ਆ। ਉਹਦੇ ਲਈ ਸਾਨੂੰ ਇਹੋ ਜਿਹੇ ਸੈਮੀਨਾਰਾਂ ਦੀ ਬਹੁਤ ਵੱਡੇ ਪੱਧਰ 'ਤੇ ਲੋੜ ਹੈ। ਜਰਮਨੀ ਦਾ ਇਤਿਹਾਸ, ਇਟਲੀ ਦਾ ਇਤਿਹਾਸ ਅਤੇ ਉਹਦੀ ਅੱਜ ਦੇ ਹਾਕਮਾਂ ਦੇ ਨਾਲ ਸਿਮਿਲੈਰਿਟੀ, ਸਮਾਨਤਾ ਕਿੰਨੀ ਹੈ। ਸਾਰਾ ਕੁਝ ਉਹਨਾਂ ਦੇ ਚਿੰਨ੍ਹ ਤੋਂ ਲੈ ਕੇ ਸਵਾਸਤਕ ਚਿੰਨ੍ਹ 7000 ਸਾਲ ਪਹਿਲਾਂ ਸਵਾਸਤਕ ਚਿੰਨ੍ਹ ਬਣਾਇਆ ਹੀ ਇਸ ਲਈ ਸੀ, ਚੰਗੇ ਭਵਿੱਖ ਲਈ, ਫਾਰ ਗੁੱਡ ਫੋਰਚੂਨ। ਅੱਜ ਵੀ ਕਹਿੰਦੇ ਆ ਅੱਛੇ ਦਿਨ ਆਉਣੇ ਆ। ਇਹ ਪ੍ਰਤੀਕ ਨੇ ਸਾਰੇ। ਹਿਟਲਰ ਵੀ ਕਹਿੰਦਾ ਸੀ ਕਿ ਚੰਗੇ ਦਿਨ ਆਉਣਗੇ। ਮੁਸੋਲੀਨੀ ਇਟਲੀ ਦੇ ਅੰਦਰ ਕਹਿੰਦਾ ਸੀ ਚੰਗੇ ਦਿਨ ਲਿਆਵਾਂਗੇ। ਅੱਜ ਦੇ ਹਾਕਮ ਉਹ ਕਹਿੰਦੇ। ਇਹਨਾਂ ਦੀ ਬਾਹਰੀ ਦਿੱਖ, ਵਰਦੀ, ਜਿਵੇਂ ਦੀਆਂ ਨਿੱਕਰਾਂ ਹਿਟਲਰ ਦੀ ਪਾਰਟੀ ਦੀਆਂ ਸੀ, ਉਵੇਂ ਦੀਆਂ ਹੀ ਨਿੱਕਰਾਂ RSS ਨੇ 1925 ਦੇ ਵਿੱਚ ਅਡੋਪਟ ਕੀਤੀਆਂ। ਇੱਕੋ ਸਮਾਂ ਸੀਗਾ ਉਹ ਜਦੋਂ ਇਹ ਸਾਰਾ ਕੁਝ ਅਡੋਪਟ ਹੋ ਰਿਹਾ ਸੀ। RSS, ਜਿਹਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਕਹਿੰਦੇ ਆ, ਇਹ ਐਕਚੁਅਲੀ ਰਾਇਲ ਸੀਕਰਟ ਸਰਵਿਸ ਸੀ। ਅੰਗਰੇਜ਼ਾਂ ਦੀ ਚਾਕਰੀ ਕਰਨ ਵਾਲੀ ਇੱਕ ਲਹਿਰ, ਲੋਕਾਂ ਦੇ ਅੰਦਰ ਜ਼ਹਿਰ ਵੰਡਣ ਵਾਲੀ ਇੱਕ ਲਹਿਰ, ਲੋਕਾਂ ਨੂੰ ਧਰਮ ਦੇ ਨਾਂ 'ਤੇ ਅਧਰਮ ਸਿਖਾਉਣ ਵਾਲੀ ਇੱਕ ਲਹਿਰ। ਉਹ ਅੱਜ ਪੂਰੇ ਜ਼ੋਰ 'ਤੇ ਹੈ, ਜੋਬਨ 'ਤੇ ਹੈ, ਅਤੇ ਉਹਦਾ ਬਹੁਤ ਵੱਡਾ ਹਮਲਾ ਆਪਣੇ ਸਮਾਜ ਦੇ ਹਰੇਕ ਵਰਗ 'ਤੇ ਹੋਇਆ। 2001-2 ਵਾਜਪਾਈ ਜੀ ਪ੍ਰਧਾਨ ਮੰਤਰੀ, ਤਾਂ ਉਹ ਉਦੋਂ ਸੰਕੇਤ ਦੇ ਰਹੇ ਨੇ ਜਦੋਂ ਉਹ ਦੇਸ਼ ਦੀ ਇੱਕ ਬਹੁਤ ਵੱਡੀ ਕੰਪਨੀ ਬਾਲਕੋ, ਜਿਹੜੀ ਭਾਰਤ ਐਲੂਮੀਨੀਅਮ ਕੰਪਨੀ ਸੀ, ਉਹਨੂੰ 5000 ਕਰੋੜ 'ਚ ਵੇਚਦੇ ਹੈ। ਜਿਸ ਕੰਪਨੀ ਤੋਂ ਦੇਸ਼ ਨੂੰ ਹਰ ਸਾਲ 700 ਕਰੋੜ ਰੁਪਇਆ ਪ੍ਰੋਫਿਟ ਮਿਲਦਾ ਸੀ, ਉਸ ਕੰਪਨੀ ਨੂੰ ਜਦੋਂ 5000 ਕਰੋੜ 'ਚ ਵੇਚਦੇ ਆ। ਜਿਸ ਕੰਪਨੀ ਦੀ ਉਸ ਸਮੇਂ ਦੀ ਜਿਹੜੀ ਮਾਰਕੀਟ ਵੈਲਿਊ ਸੀਗੀ ਉਹ 30,000 ਕਰੋੜ ਰੁਪਏ ਦੇ ਕਰੀਬ ਸੀ। ਤਾਂ ਸਿੱਧਾ ਉਹ ਦੱਸ ਰਹੇ ਸੀ ਕਿ ਅਸੀਂ ਇਹੀ ਕਰਨਾ ਹੈ। ਫਿਰ ਨਾਲਕੋ ਦੀ ਵਾਰੀ ਆਈ, ਨਾਲਕੋ ਨੂੰ ਵੇਚਣ ਦਾ ਕੰਮ ਕੀਤਾ। ਫਿਰ 2002 ਦਾ ਸਦਨ ਦੇ ਅੰਦਰ ਉਹਨਾਂ ਦਾ ਭਾਸ਼ਣ ਆਇਆ ਕਿ ਹਰੇਕ ਵਰੇ 2% ਪੋਸਟਾਂ ਨੂੰ ਘਟਾਉਂਦੇ ਜਾਵਾਂਗੇ। ਇਹ ਸੰਕੇਤ ਸੀ ਉਹਨਾਂ ਦੇ। ਫਿਰ ਬਿਰਲਾ ਅੰਬਾਨੀ ਦੀ ਅਗਵਾਈ 'ਚ ਇੱਕ ਐਜੂਕੇਸ਼ਨ ਰਿਫੋਰਮਸ 'ਤੇ ਇੱਕ ਕਮੇਟੀ ਬਣਾਈ। ਉਸ ਕਮੇਟੀ ਦੀਆਂ ਸਿਫਾਰਿਸ਼ਾਂ ਨੇ ਸਾਡੀ ਸਾਰੀ ਹੋਣੀ ਛੁਪੀ ਹੋਈ ਆ ਉੱਥੇ। ਉਸ ਕਮੇਟੀ ਦੀਆਂ ਸਿਫਾਰਿਸ਼ਾਂ ਆਪਣੇ ਆਪ ਨਹੀਂ ਸੀ ਆਈਆਂ। 1991 ਦੀਆਂ ਜਿਹੜੀਆਂ ਸੰਸਾਰੀਕਰਨ ਦੀਆਂ ਨੀਤੀਆਂ ਨੇ, ਉਹਨਾਂ ਤੋਂ ਪ੍ਰਭਾਵਿਤ ਸੀ, ਉਹਨਾਂ ਵੱਲ ਸੇਧਤ ਸੀ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਦੇਸ਼ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਲੋੜ ਹੈ, ਪਰ ਉਹ ਯੂਨੀਵਰਸਿਟੀਆਂ ਸਰਕਾਰ ਨੇ ਨਹੀਂ ਖੋਲ੍ਹਣੀਆਂ। ਉਹ ਯੂਨੀਵਰਸਿਟੀਆਂ ਲਈ ਮਲਟੀਨੈਸ਼ਨਲ, ਬਾਹਰ ਵਾਲੇ ਲੋਕ, ਵਿਦੇਸ਼ੀ ਲੋਕ, ਦੇਸੀ ਲੋਕ, ਇਹ ਸਾਰੇ ਆਉਣ, ਪ੍ਰਾਈਵੇਟ ਯੂਨੀਵਰਸਿਟੀਆਂ ਹੋਣਗੀਆਂ। ਇਹਦੇ ਲਈ ਹਰੇਕ ਸੂਬਾ ਆਪਣੇ ਬਿੱਲ ਪਾਸ ਕਰੇਗਾ। ਪੰਜਾਬ ਦੇ ਅੰਦਰ ਉਹ ਪਹਿਲੀ ਯੂਨੀਵਰਸਿਟੀ ਖੁੱਲ੍ਹੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਅੱਜ ਪੰਜਾਬ ਦੇ ਅੰਦਰ ਉਸ ਕਿਸਮ ਦੀਆਂ ਯੂਨੀਵਰਸਿਟੀਆਂ ਦਾ ਥਾਂ 'ਤੇ ਹੜ੍ਹ ਆਇਆ ਪਿਆ ਹੈ। ਜਲੰਧਰ, ਰੋਪੜ, ਜਿੱਥੇ ਤੁਸੀਂ ਤੁਰੇ ਜਾਂਦੇ ਹੋ, ਮੋਹਾਲੀ ਭਰ ਰਿਹਾ ਲਗਾਤਾਰ। ਉਹਦੇ ਅੰਦਰ ਸੀਗਾ ਕਿ ਪੋਸਟਾਂ ਖਾਲੀ ਰੱਖ ਕੇ ਇਹਨਾਂ ਪੋਸਟਾਂ ਨੂੰ ਅਬੋਲਿਸ਼ ਕਰਨਾ ਹੈ। ਤਾਂ 2002 ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਹੋਰੀ ਸੱਤਾ 'ਚ ਆਏ, ਤਾਂ ਮਈ 2002 ਦੇ ਅੰਦਰ ਆਉਂਦਿਆਂ ਜਿਹੜੀ ਪਹਿਲੀ ਚਿੱਠੀ ਜਾਰੀ ਕੀਤੀ, ਉਹਦੇ ਵਿੱਚ 50,000 ਖਾਲੀ ਪਈਆਂ ਪੋਸਟਾਂ ਖਤਮ ਕੀਤੀਆਂ। ਇਸ ਕਰਕੇ ਉਹਨਾਂ ਪੋਸਟਾਂ ਨੂੰ ਜਦੋਂ ਵੀ ਦੁਬਾਰਾ ਭਰਿਆ ਜਾਂਦਾ ਹੈ ਤਾਂ ਕੈਬਨਿਟ ਸੱਦਣੀ ਪੈਂਦੀ ਹੈ। ਕੈਬਨਿਟ ਪ੍ਰਵਾਨਗੀ ਦਿੰਦੀ ਹੈ, ਫਿਰ ਜਾ ਕੇ ਅਧਿਆਪਕਾਂ ਦੀ 1200 ਪੋਸਟ ਭਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਵਿਭਾਗਾਂ ਦੇ ਕੋਲੋਂ ਨਿਕਲ ਗਿਆ ਸਾਰਾ ਕੁਝ, ਉਹਨਾਂ ਨੇ ਆਪਣੀ ਮੁੱਠੀ ਵਿੱਚ ਕਰ ਲਿਆ ਹੈ, ਕੈਦ ਕਰ ਲਿਆ ਹੈ। ਤਾਂ ਵਾਜਪਾਈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਕੋਈ ਵਿਸ਼ੇਸ਼ ਅੰਤਰ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਇੱਕ ਹੀ ਨੀਤੀ ਹੈ ਜਿਹਨੂੰ ਦੋਨੋਂ ਲਾਗੂ ਕਰ ਰਹੇ ਆ। ਕੇਂਦਰ ਦੇ ਅੰਦਰ ਵਾਜਪਾਈ ਲਾਗੂ ਕਰ ਰਿਹਾ ਹੈ, ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਲਾਗੂ ਕਰ ਰਿਹਾ। ਉਸ ਤੋਂ ਬਾਅਦ ਪੰਜਾਬ ਦੀ ਸੱਤਾ ਬਦਲਦੀ ਹੈ ਅਤੇ ਕੇਂਦਰ ਦੀ ਸੱਤਾ ਵੀ ਬਦਲਦੀ ਹੈ। UPA ਆ ਜਾਂਦੀ ਹੈ। ਤੁਸੀਂ UPA ਦੇ ਜ਼ਰਾ ਨਾਅਰੇ ਯਾਦ ਕਰੋ। UPA ਪਾਰਟ 1, ਜਿੱਥੇ ਉਹ ਸਰਕਾਰ ਤੋੜਨ ਦੀਆਂ ਗੱਲਾਂ ਆਉਂਦੀਆਂ ਅਖੀਰ ਦੇ ਵਿੱਚ, ਚੋਣਾਂ ਦੇ ਵਿੱਚ ਜਾਂਦੇ ਹੈ, ਤਾਂ UPA ਪਾਰਟ 1 ਦੇ ਅੰਦਰ ਨਿਊਕਲੀਅਰ ਡੀਲ ਬੜਾ ਵੱਡਾ ਇਸ਼ੂ ਬਣਦਾ ਹੈ। ਅਤੇ ਲੈਫਟ ਵਾਲੇ ਸਾਡੇ ਸਾਥੀ ਸੀਗੇ, ਉਹ UPA ਦੇ ਨਾਲੋਂ ਨਾਤਾ ਤੋੜਨ ਦੀਆਂ ਗੱਲਾਂ ਜਿਹੜੀਆਂ ਕਰਦੇ ਆ, ਉਹ ਨਿਊਕਲੀਅਰ ਡੀਲ 'ਤੇ ਕਰਦੇ ਆ। ਦੇਸ਼ ਦੇ ਅੰਦਰ ਭੁੱਖਮਰੀ ਦੀਆਂ ਕੰਡੀਸ਼ਨਾਂ 'ਤੇ ਨਹੀਂ ਆ ਕਰਦੇ।
देश के अंदर एजुकेशन इस कदर रुल रही है, ये नहीं करते। रेलवे के अंदर उस समय भी 3.5 लाख पोस्ट खाली पई सी, ਉਹਦੇ ਤੇ यूपीए चों बाहर जाने की गल नहीं करते। न्यूक्लीयर डील ते करते हैं तो फिर मुद्दे मूँह पैंदे है। 2009 के अंदर राष्ट्र के नारे दे के न्यूक्लीयर डील के नाल देश ने आत्मनिर्भर होना, न्यूक्लीयर डील के नाल देश चों बिजली की मंग खत्म हो जानी है, ये स्थाई लोगों की मंग ही नहीं रहनी, इन्नी बिजली वाधू हो जानी, बहुत सस्ती हो जानी है। हुण तुसीं दसो जरा 2008 के ते 9 के डॉक्टर मनमोहन सिंह होरां दी पार्टी के ये वादे पूरे होए कि बिजली सस्ती हुई कि उहदे नालों 10 गुणा महंगी हुई, अंतर सीगा बहुत सारा। तो ये अपने किस्म का एक नैशनलिज्म सीगा जिहड़ा देश की डुबदी हुई आर्थिकता तो जिहड़ी इन्हां दीयां नीतियां कारण डुब रही है, उहदे विचों लोकां दे अंदर पसर रही बेचैनी का सिੱਟਾ सी कि मोदी होरां दा जिहड़ा राष्ट्रवाद का नारा चढ़ गया 2014 अच्छे दिन आउणगे, क्योंकि 10 साल अच्छे दिन नहीं सी आए। 10 साल लोगों के अंदर बेचैनी वधी सी, तो उस बेचैनी ने जे सब तो वध मार्जिनलाइज किसी को किया तो वह साडे लैफ्ट नूं कीता, जिन्होंने असीं अपना 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 कहिंदे कहिंदे जिहड़े सड़कां नूं तुरन की बजाए, सड़कों पर चर्चा करन की बजाए जिहड़े संसद नूं ही अल्टीमेट रस्ता मन बैठे सीगे, तो अज 2014 तो बाद लगातार हाशिए ते गए, तो देश के अंदर उवें दी सिचुएशन दोबारा पैदा होने जा रही है जिहड़ी सिचुएशन 1925-26 के अंदर जर्मनी के अंदर या इटली के अंदर सी। 2014 भाजपा सत्ता च आई है, तो याद करो इस तो बाद 2015 मुहम्मद इखलाक यूपी के दादरी च इस करके मार दिता जाता है कि वो फ्रिज के अंदर गां का मांस होने का उन्होंने खतरा है, ਇਹਦੀ फ्रिज के अंदर गां का मांस पिया है, उन्होंने मारिया जाता है। अध्यापकों की संवेदनशीलता इत्थे जागनी चाहिए सी, पर बयानों तक सीमित रह गई, जागी नहीं। साडियां जथेबंदियां की भी संवेदनशीलता जागी नहीं, क्योंकि असी अपनी पेरीफेरी चों असी अपने जिहड़े आले दुआले एक बाउंड्री लक्ष्मण रेखा बनाई हुई है कि अध्यापकों की ड्यूटी तो इत्थों तक ही है, असी उस तो अगे नहीं गए। देश के अंदर होर बहुते लोग भी उस तो अगे नहीं जा सके। हाँ, कुछ पत्रकार बोलते रहे, रवीश नूं असीं सुनते रहे क्यों NDTV ते लगातार बोलता रहा, उहदे लई बरखा दत्त बोलती रही, उहदे लई वो जिहड़े बल ने वो बोलते रहे, उहदे लई होर अखबारां लिखदियां रहियां, साथी हमीर होरां वर्गे जिहड़े पंजाब च काम करते पत्रकार ये भी गल करते रहे, पर उन्होंने बहुत सारे लोगों ने विशेष करके जिहड़े लड़न वाले लोग सीगे उन्होंने उन्होंने मुद्दे के तौर पर उभारिया नहीं। तो वो पहुँचता 2016 JNU के अंदर पहुँचा है भी JNU के अंदर डिबेट नहीं करनी चाहिए। जे तुसी अफजल गुरु ते कोई डिबेट करते हो, जे तुसी कश्मीर के किसी मुद्दे पर डिबेट करते हो तो तुसी देशद्रोही हो। तो JNU लोगों के टैक्स नाल चलती है, तो इस टैक्स के पैसे के उत्ते तुसी मुफ्त की सिक्ख्या लैके तुसी ये अंदर अफजल गुरु जां कश्मीर जां पंजाब जां नागालैंड जिथे जिथे भी कोई लहर चल रही है, जिहड़ी लहर प्रबंध के खिलाफ है, जिहड़ी लहर प्रबंध नूं संबोधन हुंदी है, तुसी उहदे उत्ते कोई चर्चा नहीं कर सकते। तो उस मूवमेंट नूं जिवें JNU ने फाइट किया है, JNU ने विद्यार्थियों ने अपनी शक्ति के नाल फाइट किया है, तो वह शक्ति कल्ली गिणात्मक तौर पर नहीं सी, उन्हां दे अंदर शक्ति का सोर्स गुणात्मक सीगा, जिहड़ी क्वालिटेटिव ताकत सी उन्हां दे अंदर, वो शक्ति दे विचों कन्हैया, अनिरबान भट्टाचार्या, उमर खालिद ते होर कई आगू इस साडे समाज नूं बाद विच मिले है। लोकां नूं जिहड़ा सी उहदे विरुद्ध खड़ना पिया, यूनिवर्सिटियां दे प्रोफैसरां तक नूं बोलना पिया। तो फिर JNU तो बाद जामिया मिलिया इस्लामिया, बॉम्बे का जिहड़ा फरगूसन कॉलेज सीगा उहदे अंदर, नागपुर के अंदर इस तरह ही वो जिहड़ा फिल्म इंस्टीट्यूट है ਉਹਦੇ ਵਿੱਚ ਉਹਦੀ ਇੰਸਟੀਚਿਊਟ ਦੇ ਵਿੱਚ ਜਦੋਂ ਗਜਿੰਦਰ ਚੌਹਾਨ ਨੂੰ ਬਣਾਉਂਦੇ ਆ ਡਾਇਰੈਕਟਰ, ਤਾਂ ਇਸ ਦੇਸ਼ ਦੀ ਧਰਤੀ ਦੇ ਉੱਤੇ ਵਿਦਿਆਰਥੀਆਂ ਨੇ ਇੱਕ ਲਹਿਰ ਜਿਹੜੀ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਉਹਨਾਂ ਨੇ ਉਹਦਾ ਮਾਡਲ ਵੀ ਪੇਸ਼ ਕੀਤਾ ਹੈ ਕਿ ਇਸ ਲਹਿਰ ਦਾ ਮਾਡਲ ਕੀ ਹੋਏਗਾ। ਉਹ ਲਹਿਰ ਦਾ ਕੇਂਦਰ ਬਿੰਦੂ ਉਹਦੀ ਕੋਰ ਕਿੱਥੇ ਹੈ, ਉਹਦੀ ਕੋਰ ਐਜੂਕੇਸ਼ਨ 'ਚ ਪਈ ਹੈ, ਸਿੱਖਿਆ 'ਚ ਪਈ ਹੈ। ਅੱਜ ਅਸੀਂ ਉਹਨਾਂ ਯੂਨੀਵਰਸਿਟੀਆਂ ਦੇ ਅੰਦਰ ਦੇਖਦੇ ਹਾਂ 2016 ਤੋਂ ਉਹ ਜਿਹੜੀ ਲਹਿਰ ਭਾਂਬੜ ਬਣ ਕੇ ਮੱਚ ਰਹੀ ਸੀ NRC ਦੇ ਮੁੱਦੇ 'ਤੇ,
ਉਹਦੇ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੀਆਂ ਵਿਦਿਆਰਥਣਾਂ ਕੁੜੀਆਂ ਉੱਥੇ ਪੜ੍ਹਦੀਆਂ ਏ ਉਹ ਰਾਸ਼ਟਰ ਨੂੰ ਸੰਬੋਧਨ ਹੁੰਦੀਆਂ ਏ। JNU ਦੇ ਬਾਹਰ ਖੜ੍ਹ ਕੇ ਆਪਣੇ ਮੀਡੀਆ ਤੋਂ, ਸੋਸ਼ਲ ਮੀਡੀਆ ਤੋਂ, ਆਪਣੇ ਹੀ ਮੋਬਾਈਲ ਤੋਂ ਸੰਬੋਧਨ ਹੋਣਾ, JNU ਤੋਂ ਸੰਬੋਧਨ ਹੋਣ ਦਾ ਮਤਲਬ ਰਾਸ਼ਟਰ ਨੂੰ ਸੰਬੋਧਨ ਹੋਣਾ ਬਣ ਗਿਆ ਹੈ। ਜਾਮੀਆਂ ਦੇ ਅੰਦਰ ਜਿਵੇਂ ਲੋਕਾਂ ਨੇ ਮੁਕਾਬਲਾ ਕੀਤਾ ਇਹਦੇ ਨਾਲ ਦੀ ਨਾਲ ਮੌਬ ਲਿੰਚਿੰਗ ਚੱਲਦੀ ਰਹੀ। ਰਾਜਸਥਾਨ ਅਲਵਰ ਦੇ ਵਿੱਚ ਪਹਿਲੂ ਖਾਨ ਤੇ ਹੋਰ ਦੇਸ਼ ਦੇ ਹੋਰ ਥਾਵਾਂ 'ਤੇ ਕਿਤੇ ਦਲਿਤ ਕੁੱਟੇ ਗਏ, ਕਿਤੇ ਮੁਸਲਿਮ ਕੁੱਟੇ ਗਏ। ਤੇ ਜਿਹੜਾ ਰਾਮ ਰਾਮ ਦਾ ਇੱਕ ਬੜਾ ਪਿਆਰਾ ਜਿਹਾ ਨਾਅਰਾ ਸੀਗਾ, ਇੱਕ ਦੂਸਰੇ ਨੂੰ ਬੁਲਾਉਣ ਦਾ, ਸਤਿਕਾਰ ਦਾ ਪਾਤਰ ਸੀਗਾ, ਉਹ ਜੈ ਸ਼੍ਰੀ ਰਾਮ ਦੇ ਇੱਕ ਜ਼ਹਿਰੀਲੇ ਨਾਅਰੇ 'ਚ ਬਦਲ ਦਿੱਤਾ ਗਿਆ। ਇਹ ਸਾਰਾ ਕੁਛ ਸਾਡੇ ਸਾਹਮਣੇ ਹੋਇਆ ਹੈ। ਅਧਿਆਪਕ ਲਹਿਰ ਇਹਦੇ ਤੋਂ ਮੁਕਤ ਨਹੀਂ ਹੋ ਸਕਦੀ। ਅਧਿਆਪਕ ਲਹਿਰ ਜੇ ਇਹਦੇ 'ਤੇ ਬੋਲਦੀ ਨਹੀਂ, ਇਹਦੇ 'ਤੇ ਕਮੈਂਟ ਨਹੀਂ ਕਰਦੀ, ਅਧਿਆਪਕ ਲਹਿਰ ਇਹਦੇ 'ਤੇ ਲੋਕਾਂ ਨੂੰ ਖੜਾ ਨਹੀਂ ਕਰਦੀ, ਤਾਂ ਅਧਿਆਪਕ ਲਹਿਰ ਆਪਣੀ ਜ਼ਿੰਮੇਵਾਰੀ ਤੋਂ ਕਦੀ ਵੀ ਸੁਰਖਰੂ ਨਹੀਂ ਹੋ ਸਕਦੀ। ਅਧਿਆਪਕਾਂ ਨੂੰ ਇਸ ਗੱਲ ਨੂੰ ਸੰਬੋਧਨ ਹੋਣਾ ਪਏਗਾ, ਕਿਉਂਕਿ ਸਮਾਜ ਹੈ। ਸਮਾਜ ਦੇ ਚੌਕਠੇ 'ਚ ਅਧਿਆਪਕ ਲਹਿਰ ਨੂੰ ਦੇਖਣਾ ਹੈ। ਸਮਾਜ ਨਾਲੋਂ ਛੱਡ ਕੇ ਕੋਈ ਅਧਿਆਪਕ ਲਹਿਰ ਨਹੀਂ ਹੁੰਦੀ। ਜੇ ਸਮਾਜ ਨਾਲੋਂ ਛੱਡ ਕੇ ਅਧਿਆਪਕ ਲਹਿਰ ਸਿਰਜਣ ਦਾ ਯਤਨ ਕਰਾਂਗੇ, ਜਿਹੜਾ ਅਸੀਂ ਪਿਛਲੇ ਸਾਲਾਂ 'ਚ ਕੀਤਾ ਹੈ, ਸਾਡੇ ਪੰਜਾਬ 'ਚ ਹੋਇਆ ਹੈ 1980 ਤੋਂ ਬਾਅਦ, ਕੇਵਲ ਆਪਣੀਆਂ ਮੰਗਾਂ 'ਤੇ ਯਤਨ ਕਰਨਾ ਬੁਰੀ ਗੱਲ ਨਹੀਂ ਹੈ, ਚੰਗੀ ਗੱਲ ਹੈ। ਆਪਣੀਆਂ ਮੰਗਾਂ 'ਤੇ ਲੜਨਾ ਚਾਹੀਦਾ ਹੈ। ਲੜਨਾ ਹੈ, ਕਿਉਂ ਨਹੀਂ ਲੜਨਾ? ਆਰਥਿਕ ਮੰਗਾਂ ਬਹੁਤ ਜ਼ਰੂਰੀ ਹੁੰਦੀਆਂ ਹੈ, ਕਿਉਂਕਿ ਆਰਥਿਕ ਮੰਗਾਂ ਤੋਂ ਬਗੈਰ ਸਮਾਜ ਦੇ ਅੰਦਰ ਬਰਾਬਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਆਰਥਿਕ ਮੰਗਾਂ 'ਚ ਇੰਨਾ ਉਲਝ ਜਾਣਾ ਕਿ ਬਾਕੀ ਸਮਾਜਿਕ ਸਰੋਕਾਰਾਂ ਤੋਂ ਪਾਸਾ ਵੱਟ ਲੈਣਾ। ਇਸ ਕਰਕੇ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਹਾਂ ਨਾ, ਤਾਂ ਪਿੰਡਾਂ ਦੇ ਲੋਕ ਅੱਜ ਜਿਹੜੇ ਕਿਸਾਨ ਧਰਨਿਆਂ 'ਤੇ ਬੈਠੇ ਆ, ਇਹ ਸਾਡੇ ਹੀ ਆਪਣੇ ਹੀ ਨੇ। ਤਾਂ ਇਹ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਸੀ, ਮਾਸਟਰ ਆਪਣੀ ਤਨਖਾਹ ਵਧਾਉਣ ਲਈ ਜਾ ਰਹੇ ਆ, ਜਦ ਕਿ ਆਪਾਂ ਪਿਛਲੇ ਕਈ ਸਾਲਾਂ ਤੋਂ ਆਪਣੇ ਬੱਚਿਆਂ ਲਈ ਜਾ ਰਹੇ ਆ। ਕਲਾਸਰੂਮ ਟੀਚਿੰਗ ਕਿਵੇਂ ਇਫੈਕਟਿਵ ਹੋਵੇ ਉਹਦੇ ਲਈ ਜਾ ਰਹੇ ਆ। ਸਕੂਲ ਦੇ ਵਿੱਚ ਸੈਕਸ਼ਨ 'ਚ ਬੱਚਿਆਂ ਦੀ ਗਿਣਤੀ ਕਿੰਨੀ ਹੋਵੇ ਆਪਾਂ ਉਹਦੇ ਲਈ ਜਾ ਰਹੇ ਆ। ਪਰ ਲੋਕਾਂ ਨੂੰ ਕਿਉਂਕਿ ਸਰੋਕਾਰਾਂ ਦੇ ਨਾਲ ਮਹੱਤਵ ਜ਼ਿਆਦਾ ਹੁੰਦਾ ਹੈ, ਲੋਕ ਸਰੋਕਾਰਾਂ ਨੂੰ ਸਮਝਦੇ ਆ। ਇਸ ਕਰਕੇ ਲੋਕਾਂ ਦੇ ਨਾਲੋਂ ਨਿਖੜੀ ਹੋਈ ਕੋਈ ਵੀ ਲਹਿਰ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ, ਉਹ ਕਦੇ ਲੋਕਾਂ ਦੀ ਅਗਵਾਈ ਨਹੀਂ ਕਰ ਸਕਦੀ। ਸੋ ਅੱਜ ਦਾ ਜਿਹੜਾ ਇਹ ਤੁਹਾਡਾ ਕਨਵੈਨਸ਼ਨ ਦਾ ਵਿਸ਼ਾ ਹੈ, ਸਾਥੀ ਹਮੀਰ ਹੋਰਾਂ ਨੇ ਜਿਹਦੇ 'ਤੇ ਗੱਲ ਕੀਤੀ ਹੈ, ਇਹ ਬੜਾ ਪੇਚੀਦਾ ਅਤੇ ਬਹੁਤ ਸਿੱਧੇ ਹੋ ਕੇ ਸੰਬੋਧਨ ਹੋਣ ਵਾਲਾ ਵਿਸ਼ਾ ਹੈ। ਅੱਜ ਸਮਾਜ ਕਰਵਟ ਲੈ ਰਿਹਾ ਹੈ। ਕਿੱਥੇ ਪਹੁੰਚ ਗਏ ਅਸੀਂ? ਮੌਬ ਲਿੰਚਿੰਗ ਤੋਂ ਬਹੁਤ ਅੱਗੇ ਲੰਘ ਗਏ ਆ। ਮੌਬ ਲਿੰਚਿੰਗ ਪਿੱਛੇ ਰਹਿ ਗਈ, ਉਹ ਬਹੁਤ ਛੋਟੀਆਂ ਘਟਨਾਵਾਂ ਰਹਿ ਗਈਆਂ। ਅੱਜ ਅਸੀਂ ਕਿੱਥੇ ਆ? NRC CAA ਤੋਂ ਬਾਅਦ ਅੱਜ ਦੇਸ਼ ਦੇ ਸਾਰੇ ਅਦਾਰੇ, ਪੂਰੇ ਅਦਾਰੇ, ਜਿੰਨੀਆਂ ਇੰਸਟੀਟਿਊਸ਼ਨਸ ਨੇ, ਇੱਥੋਂ ਦੀਆਂ ਯੂਨੀਵਰਸਿਟੀਆਂ ਦੇ VC, ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਡਾਇਰੈਕਟਰ, NCERT ਦੇ ਡਾਇਰੈਕਟਰ, UGC ਦੇ ਡਾਇਰੈਕਟਰ, ਇੱਥੋਂ ਦੀਆਂ ਫਿਲਮ ਇੰਸਟੀਚਿਊਟਾਂ ਦੇ ਡਾਇਰੈਕਟਰ, ਇੱਥੋਂ ਦਾ ਜਿੰਨਾ ਤਾਣਾ ਬਾਣਾ ਹੈ ਉਹ ਸਾਰਾ ਜਮ੍ਹਾਂ CBI, ਜਮ੍ਹਾਂ ਤੁਹਾਡੀਆਂ ਅਦਾਲਤਾਂ, ਵਿਸ਼ੇਸ਼ ਕਰਕੇ ਸਾਡੀ ਸੁਪਰੀਮ ਕੋਰਟ, ਜਮ੍ਹਾਂ ਸਾਡੀਆਂ ਤਿੰਨੋਂ ਫੌਜਾਂ, ਉਹਦੇ ਉੱਪਰ ਲੱਗਿਆ ਹੋਇਆ ਕਿ CDS, ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ, ਸਿੱਧਾ RSS ਹਰੇਕ ਜਗ੍ਹਾ 'ਤੇ, ਤੁਹਾਡੀਆਂ ਵਿੱਦਿਅਕ ਸੰਸਥਾਵਾਂ ਤੋਂ ਲੈ ਕੇ ਤੁਹਾਡੀਆਂ ਡਰਾਮੇ ਦੇ ਨਾਲ, ਥੀਏਟਰ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ, ਉਹਦੇ ਤੋਂ ਲੈ ਕੇ ਤੁਹਾਡੀਆਂ ਇਨਕੁਆਇਰੀ ਕਰਨ ਵਾਲੇ ਸਾਰੇ ਦਸਤੇ, NIA, CBI, ਜਿੰਨਾ ਕੁਛ ਵੀ ਹੈ, ਇਹ ਸਾਰੇ ਦਾ ਸਾਰਾ ਉਹਨਾਂ ਦੀ ਮੁੱਠੀ ਵਿੱਚ ਹੈ ਅਤੇ ਇਹ ਉਹਦੇ ਅੰਗ ਨੇ। ਫਾਸ਼ਿਸਟਾਂ ਦਾ ਸਾਰਾ ਕੁਝ ਬਣ ਗਿਆ ਅਤੇ ਉਹਦੇ ਤੋਂ ਉਵੇਂ ਦੇ ਹੀ ਫਿਰ ਹੁਕਮ ਆ ਰਿਹਾ। ਰਾਮ ਮੰਦਰ ਦਾ ਹੁਕਮ ਤੁਹਾਡੇ ਸਾਹਮਣੇ ਹੈ। ਜਿਹੜਾ ਜੱਜ ਉਹ ਹੁਕਮ ਦੇ ਰਿਹਾ ਹੈ, ਉਹ ਜੱਜ ਰਿਟਾਇਰ ਹੋ ਰਿਹਾ ਹੈ ਅਤੇ ਉਹ ਜੱਜ ਕਿਸੇ ਸਮੇਂ ਉਸ ਪੈਨਲ 'ਚ ਸ਼ਾਮਲ ਸੀਗਾ। 4 ਜੱਜਾਂ ਦੇ ਉਸ ਪੈਨਲ 'ਚ ਰੰਜਨ ਗੋਗੋਈ, ਜਿਹੜੇ ਜੱਜ ਕਹਿੰਦੇ ਸੀ ਕਿ ਸੁਪਰੀਮ ਕੋਰਟ ਸਾਰਾ ਅੱਛਾ ਨਹੀਂ ਹੈ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਥੇ ਅਪਰੋਚ ਬੜੀ ਸਿਲੈਕਟਿਵ ਹੈ। ਇੱਥੇ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ, ਉਹ ਜੱਜਾਂ ਨੂੰ ਫੈਸਲੇ ਕਿਵੇਂ ਦੇਣੇ ਹੈ ਉਹ ਬੜਾ ਗਿਣ ਮਿੱਥ ਕੇ ਦਿੰਦਾ ਹੈ। ਤਾਂ ਜਦੋਂ ਚੀਫ ਜਸਟਿਸ ਖੁਦ ਬਣਦਾ ਹੈ ਰੰਜਨ ਗੋਗੋਈ, ਰਾਮ ਮੰਦਰ 'ਤੇ ਫੈਸਲਾ ਤੁਹਾਡੇ ਸਾਹਮਣੇ ਹੈ ਬਈ ਰਾਮ ਮੰਦਰ ਸਾਬਤ ਨਹੀਂ ਹੋਇਆ, ਬਾਬਰੀ ਮਸਜਿਦ ਧੱਕੇ ਨਾਲ ਬਣਾਈ ਸੀ, ਸਾਬਤ ਨਹੀਂ ਹੋਇਆ, ਜਗ੍ਹਾ ਬਾਬਰੀ ਮਸਜਿਦ ਦੀ ਹੈ, ਸਾਬਤ ਹੋ ਗਿਆ। ਫਿਰ ਵੀ ਕਹਿੰਦਾ ਹੈ ਕਿ ਇਹ ਰਾਮ ਮੰਦਰ ਨੂੰ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਰਿਟਾਇਰਮੈਂਟ ਹੈ। ਅਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਉਹੀ ਰੰਜਨ ਗੋਗੋਈ ਭਾਰਤੀ ਜਨਤਾ ਪਾਰਟੀ ਵੱਲੋਂ ਰਾਜ ਸਭਾ ਦਾ ਮੈਂਬਰ ਬਣਦਾ। ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਦੂਸਰੀ ਉਹਦੀ ਜੱਜਮੈਂਟ ਦਾ ਦੂਸਰਾ ਚਰਨ ਜਿਹੜਾ ਹੈ, ਉਹ ਤੁਸੀਂ ਅੱਜ ਤੋਂ ਕੁਝ ਦਿਨ ਪਹਿਲਾਂ ਦੇਖਿਆ ਹੈ, ਜਦੋਂ ਸੁਪਰੀਮ ਕੋਰਟ ਦੇ ਇੱਕ ਜੱਜ SK ਯਾਦਵ, CBI ਦੀ ਵਿਸ਼ੇਸ਼ ਅਦਾਲਤ ਦੇ ਇੱਕ ਜੱਜ SK ਯਾਦਵ ਨੇ ਕਿਹਾ
ਬਈ ਬਾਬਰੀ ਮਸਜਿਦ ਡੇਗਣ ਵਾਲੇ ਲੋਕ ਇਹ ਨਹੀਂ ਸੀ, ਨਹੀਂ ਸਾਬਤ ਹੁੰਦਾ, ਤੁਹਾਡੀਆਂ ਵੀਡੀਓਜ਼ ਨਹੀਂ ਸਾਬਤ ਕਰਦੀਆਂ, ਤੁਹਾਡੀਆਂ ਅਖਬਾਰਾਂ ਦੀਆਂ ਕਟਿੰਗ ਨਹੀਂ ਸਾਬਤ ਕਰਦੀਆਂ, ਤੁਹਾਡੀਆਂ ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਚੈਨਲ ਨਹੀਂ ਸਾਬਤ ਕਰ ਪਾਉਂਦੇ ਕਿ ਬਾਬਰੀ ਮਸਜਿਦ ਨੂੰ ਡੇਗਣ ਵਾਲਿਆਂ ਦੇ ਵਿੱਚ LK ਅਡਵਾਨੀ ਸ਼ਾਮਲ ਸੀਗਾ, ਮੁਰਲੀ ਮਨੋਹਰ ਜੋਸ਼ੀ ਸ਼ਾਮਲ ਸੀਗਾ। ਤੇ ਫਿਰ ਕਿਵੇਂ ਤੁਸੀਂ ਅੰਦਾਜ਼ਾ ਕਿਵੇਂ ਕਰ ਸਕਦੇ ਹੋ? ਸਾਰੇ ਦੇ ਸਾਰੇ 32 ਦੇ 32 ਦੋਸ਼ੀ ਬਰੀ ਕੀਤੇ ਜਾਂਦੇ। ਤੁਹਾਡੇ ਸਾਹਮਣੇ ਹੈ ਕਿ ਸ਼ਾਹੀਨ ਬਾਗ ਦੇ ਉੱਤੇ ਉਹ ਫੈਸਲਾ ਦਿੰਦੇ ਆ ਕਿ ਤੁਸੀਂ ਪਬਲਿਕ ਰਸਤਾ ਨਹੀਂ ਰੋਕ ਸਕਦੇ, ਜਦ ਕਿ ਉਹਦੀ ਅਸਲੀਅਤ ਇਹ ਹੈ ਜੇਕਰ ਉੱਥੇ ਤੁਸੀਂ ਗਏ ਹੋਵੋ ਤਾਂ ਸ਼ਾਹੀਨ ਬਾਗ ਵਾਲੇ ਪ੍ਰੋਟੈਸਟਰਸ ਨੇ ਇੱਕ ਸੜਕ ਰੋਕੀ ਸੀ, ਉਹਦੀਆਂ ਅਗਲੀਆਂ 2 ਸੜਕਾਂ ਉੱਥੋਂ ਦੀ ਸਰਕਾਰ ਨੇ ਰੋਕੀਆਂ ਹੋਈਆਂ ਸੀ, ਪੁਲਿਸ ਨੇ ਰੋਕੀਆਂ ਸੀ, ਦਿੱਲੀ ਪੁਲਿਸ ਨੇ, ਉਹ ਚੱਲ ਸਕਦੀਆਂ ਸੀਗੀਆਂ। ਇਸ ਕਰਕੇ ਇਵੇਂ ਦੇ ਫੈਸਲੇ ਆ ਰਹੇ ਆ। ਕਿਸਾਨ ਅੰਦੋਲਨ ਕਰ ਸਕਦੇ ਜਾਂ ਨਹੀਂ ਕਰ ਸਕਦੇ, ਇਹਦਾ ਫੈਸਲਾ ਪੰਜਾਬ ਦੀ ਹਾਈ ਕੋਰਟ ਕਰਦੀ ਹੈ। ਬਈ ਤੁਸੀਂ ਬਾਹਰ ਮੰਡੀ ਦੇ ਵਿੱਚ ਕਰੋਗੇ, ਤੇ ਮੰਡੀ ਕਿੱਥੇ ਹੈ? ਉਹ ਪਟਿਆਲੇ ਤੋਂ 20 ਕਿਲੋਮੀਟਰ ਦੂਰ ਹੈ, ਮਹਿਮਦਪੁਰ ਦੀ ਮੰਡੀ। ਇਹ ਅੱਜ ਤੋਂ 3 ਸਾਲ ਪਹਿਲਾਂ ਦਾ ਫੈਸਲਾ ਆਇਆ ਹੈ, 2017 ਦਾ। ਅਧਿਆਪਕ ਰੈਲੀਆਂ ਕਰਦੇ ਆ, 2 ਦਸੰਬਰ ਦੀ ਰੈਲੀ ਹੋਣੀ ਆ, ਉਹੀ ਅਦਾਲਤ ਦੁਬਾਰਾ ਫੈਸਲਾ ਕਰਦੀ ਹੈ ਕਿ ਤੁਸੀਂ ਇੱਥੇ ਪਟਿਆਲੇ 'ਚ ਰੈਲੀ ਨਹੀਂ ਕਰ ਸਕਦੇ, ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਫਿਰ ਰੈਲੀ ਕਰਨ ਵਾਲੇ ਕਿਸ ਮਕਸਦ ਲਈ ਰੈਲੀ ਕਰਦੇ ਆ? ਇਸ ਕਰਕੇ ਇਹ ਸਾਰੇ ਸਰੋਕਾਰ ਹੈ। ਅਤੇ ਇਹਨਾਂ ਦੀ ਸੇਧ ਕੀ ਹੈ? ਇਹਨਾਂ ਦੀ ਸੇਧ ਫਾਸ਼ਿਜ਼ਮ ਵੱਲ ਹੈ ਕਿ ਆਪਾਂ ਫਾਸ਼ੀਵਾਦ ਦੇ ਦੌਰ ਵੱਲ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਹਾਂ, ਜਿੱਥੇ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਤੁਹਾਡੀ ਕੋਈ ਜਥੇਬੰਦੀ ਨਹੀਂ। ਅਤੇ ਉਹਦੇ ਵਿੱਚੋਂ ਹੀ ਆ ਜਿਹੜੇ ਹੁਣ ਤੁਹਾਡੇ ਸਾਹਮਣੇ ਆਰਡੀਨੈਂਸ ਲਿਆ ਕੇ ਜਿਹੜੇ ਕਾਨੂੰਨ ਬਣਾਏ ਗਏ ਨੇ, ਜਿਨ੍ਹਾਂ ਦਾ ਜ਼ਿਕਰ ਸਾਥੀ ਹਮੀਰ ਸਿੰਘ ਹੋਰਾਂ ਨੇ ਕੀਤਾ ਹੈ, ਸਾਡੀ ਉਹਦੇ ਵਿੱਚ ਵੀ ਇੱਕ ਜ਼ਿੰਮੇਵਾਰੀ ਹੈ। 3 ਕਾਨੂੰਨ ਧੱਕੇ ਨਾਲ ਬਣਾਤੇ। ਆਰਡੀਨੈਂਸ ਦੀ ਬਹੁਤ ਵਿਸ਼ੇਸ਼ ਹਾਲਤਾਂ ਦੇ ਅੰਦਰ ਜ਼ਰੂਰਤ ਹੋ ਸਕਦੀ ਹੈ, ਪਰ ਜਦੋਂ ਕਰੋਨਾ ਦੇ ਵਿੱਚੋਂ ਦੇਸ਼ ਲੰਘ ਰਿਹਾ ਹੈ, ਲੋਕਾਂ ਨੂੰ ਕਰੋਨਾ ਦਾ ਡਰ ਦਿਖਾ ਕੇ ਘਰਾਂ ਦੇ ਅੰਦਰ ਕੈਦ ਕੀਤਾ ਹੋਇਆ ਹੈ, 4 ਲੋਕਾਂ ਨੂੰ ਇਕੱਠੇ ਹੋਣ ਦੇ ਉੱਤੇ ਪਰਚਾ ਹੁੰਦਾ ਹੈ, ਮਾਸਕ ਨਾ ਪਾਉਣ ਦੇ ਉੱਤੇ ਜੁਰਮਾਨਾ ਹੁੰਦਾ ਹੈ, ਤਾਂ ਉਸ ਸਮੇਂ ਆਰਡੀਨੈਂਸ ਲਿਆ ਕੇ ਫਿਰ ਉਹਨਾਂ ਨੂੰ ਧੱਕੇ ਦੇ ਨਾਲ 3 ਮਹੀਨੇ ਬਾਅਦ ਸੰਸਦ ਦੀਆਂ ਧੱਜੀਆਂ ਉਡਾ ਕੇ 65 ਸੰਸਦ ਮੈਂਬਰਾਂ ਦੀ ਹਾਜ਼ਰੀ ਵਿੱਚ ਤੁਸੀਂ ਬਗੈਰ ਵੋਟਿੰਗ ਤੋਂ ਜ਼ੁਬਾਨੀ ਵੋਟਾਂ ਦੇ ਨਾਲ ਤੁਸੀਂ ਉਹ ਬਿੱਲ ਰਾਜ ਸਭਾ 'ਚ ਵੀ ਪਾਸ ਕਰ ਦਿਓ, ਲੋਕ ਸਭਾ 'ਚ ਵੀ ਪਾਸ ਕਰ ਦਿਓ, ਅਤੇ ਕਿਸਾਨੀ ਸੜਕਾਂ 'ਤੇ ਹੋਵੇ ਤਾਂ ਤੁਸੀਂ ਗੱਲ ਕਰਨ ਨੂੰ ਵੀ ਤਿਆਰ ਨਾ ਹੋਵੋ, ਫਿਰ ਕਿਹੜਾ ਰਸਤਾ ਹੋਰ ਦੇਸ਼ ਦੇ ਅੱਗੇ, ਹੋਰ ਵਿਕਲਪ ਕਿਹੜਾ ਬਚਦਾ ਹੈ? ਇਸ ਕਰਕੇ ਇਸ ਕਿਸਾਨੀ ਦੇ ਨਾਲ ਖੜਨ ਦੀ ਲੋੜ ਹੈਗੀ ਹੈ, ਕਿਉਂਕਿ ਇਹ ਕਿਸਾਨੀ ਬਾਹਰ ਨਹੀਂ ਹੈ, ਇਹ ਕਿਸਾਨੀ ਸਾਡੀ ਹੈ। ਅਸੀਂ ਕੱਲ੍ਹ ਵੀ DTF ਦੀ ਮੀਟਿੰਗ ਦੇ ਵਿੱਚ, ਜਿਹੜੀ ਸੰਗਰੂਰ ਦੇ ਵਿੱਚ ਕੀਤੀ ਵੱਡੀ ਮੀਟਿੰਗ, ਉਹਦੇ 'ਚ ਫੈਸਲਾ ਕੀਤਾ ਹੈ ਵੀ ਅਸੀਂ ਆਪਣੇ ਅਧਿਕਾਰਾਂ ਦੀ ਲੜਾਈ ਲੜਨ ਦੇ ਨਾਲ ਨਾਲ ਕਿਸਾਨੀ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਪਿਛਲੇ ਸਮੇਂ ਤੋਂ ਪਾਇਆ ਹੈ ਅਤੇ ਗਾਂਹ ਵੀ ਪਾਉਣਾ ਹੈ। ਅਤੇ ਦੇਸ਼ ਬੜੇ ਉਥਲ ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਸਧਾਰਨ ਨਹੀਂ ਹੈ ਸਾਰਾ ਕੁਛ। ਜੇ ਕੰਨਨ ਗੋਪੀਨਾਥ ਇੱਕ IAS ਅਫਸਰ ਰਿਜ਼ਾਈਨ ਕਰਦਾ ਹੈ, ਕਿਹਦੇ 'ਤੇ ਰਿਜ਼ਾਈਨ ਕਰਦਾ? NRC ਅਤੇ CAA। ਤਾਂ ਕੰਨਨ ਗੋਪੀਨਾਥ ਨੂੰ ਸੁਣੋ, ਜ਼ਰੂਰ ਸੁਣੋ, ਅੱਜ ਉਹਦੀਆਂ ਵੀਡੀਓਜ਼ YouTube ਤੋਂ ਕੱਢ ਕੇ ਸੁਣੋ ਕੀ ਕਹਿੰਦਾ ਹੈ। ਉਹਦਾ ਲੌਜਿਕ ਕਿੰਨਾ ਮਜ਼ਬੂਤ ਹੈ। ਜੇ ਸ਼ਾਹ ਫੈਜ਼ਲ ਜੰਮੂ ਕਸ਼ਮੀਰ ਦਾ ਪਹਿਲਾ IAS ਅਫਸਰ ਸੀ ਜਿਹੜਾ 2009 ਦੇ ਵਿੱਚ ਟੌਪ ਕਰਕੇ ਆਇਆ ਸੀ, ਪੂਰੀ IAS 'ਚ UPSC 'ਚ ਉਹਨੇ ਟੌਪ ਕੀਤਾ। 10 ਸਾਲ ਬਾਅਦ ਉਹ ਰਿਜ਼ਾਈਨ ਕਰਦਾ 2019 'ਚ, ਜਨਵਰੀ 2019 'ਚ। ਤਾਂ ਉਹ ਰਿਜ਼ਾਈਨ ਕਰਦੇ ਇੱਕ ਸਟੇਟਮੈਂਟ ਦਿੰਦਾ ਹੈ। ਉਹ ਸਟੇਟਮੈਂਟ ਕਿਹੜੀ ਸੀ? ਕਹਿੰਦਾ ਮੈਨੂੰ ਲੱਗਦਾ ਹੈ ਕਿ ਮੈਂ 10 ਸਾਲ ਕਸ਼ਮੀਰ ਦੀ ਜੇਲ੍ਹ 'ਚ ਰਹਿ ਕੇ ਆਇਆ ਹਾਂ। ਮਤਲਬ ਇੱਕ IAS ਨੂੰ ਇਹ ਪ੍ਰਬੰਧ ਜੇਲ੍ਹ ਲੱਗ ਰਿਹਾ ਹੈ, ਕੰਨਨ ਗੋਪੀਨਾਥ ਨੂੰ ਇਹ ਪ੍ਰਬੰਧ ਜਿਹੜਾ ਹੈ ਉਹ ਜੇਲ੍ਹ ਲੱਗ ਰਿਹਾ ਹੈ। ਤਾਂ ਫਿਰ ਆਪਾਂ ਦੇ ਸਮਾਜ ਦਾ ਉਹ ਰੌਸ਼ਨ ਹਿੱਸਾ ਆ ਜਿਹਨੂੰ ਇਹਦੀ ਸਾਰੀ ਵਿਆਖਿਆ ਜਿਹੜੀ ਹੈ ਕਈ ਸਾਲ ਪਹਿਲਾਂ ਹੋਣੀ ਚਾਹੀਦੀ ਹੈ। 1991 ਤੋਂ DTF ਲਗਾਤਾਰ ਇਹਦੇ 'ਤੇ ਜ਼ੋਰ ਦਿੰਦੀ ਆ ਰਹੀ ਹੈ। ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜ਼ੋਰ ਦਿੱਤਾ ਹੈ, ਪਰ DTF ਦੀ ਇਹ ਖਾਸੀਅਤ ਹੈ ਕਿ DTF ਕਾਫੀ ਸਾਰੇ ਵਿਚਾਰਾਂ ਦੀ ਇੱਕ ਧਿਰ ਹੈ। ਇਹਦੇ ਅੰਦਰ ਆਪਸੀ ਵਿਚਾਰਧਾਰਕ ਜਿਹੜੀ ਜੱਦੋ-ਜਹਿਦ ਹੈ ਉਹਦਾ ਦੌਰ ਚੱਲਦਾ ਰਹਿੰਦਾ ਹੈ। ਇਹ DTF ਨੂੰ ਅੱਗੇ ਵਧਣ ਲਈ ਬਹੁਤ ਸਹਾਇਕ ਹੈ। ਜਿਹੜੀਆਂ ਵੀ ਇੱਕ ਰੰਗ ਦੀਆਂ ਪਾਰਟੀਆਂ ਦੀਆਂ ਜਥੇਬੰਦੀਆਂ ਨੇ, ਕੋਈ ਵੀ ਹੋਵੇ ਜਿਹਦੇ ਵਿੱਚ ਸਿਰਫ ਇੱਕ ਹੀ ਧਿਰ ਹੈ, ਉਹ ਜਥੇਬੰਦੀਆਂ ਅਲਟੀਮੇਟਲੀ ਅੱਜ ਹਾਸ਼ੀਏ 'ਤੇ ਚਲੀਆਂ ਗਈਆਂ। DTF ਲੋਕਾਂ ਦੇ ਸਾਹਮਣੇ ਇੱਕ ਆਸ ਬਣ ਕੇ ਖੜੀ ਹੈ। ਕਿਉਂ ਖੜੀ ਹੈ? ਕਿਉਂਕਿ ਇੱਥੇ ਚਰਚਾ ਦਾ ਦੌਰ ਹੈ। ਇਹਦੇ ਅੰਦਰ ਡਾਇਲੈਕਟਿਕ ਹੈ। ਇੱਕ ਧਿਰ ਦੂਸਰੀ ਧਿਰ ਦੇ ਨਾਲ ਕੁਝ ਗੱਲਾਂ 'ਤੇ ਵਖਰੇਵੇਂ 'ਚ ਖੜੀ ਹੈ, ਵਿਰੋਧ ਵਿੱਚ ਨਹੀਂ ਖੜੀ, ਵਖਰੇਵੇਂ 'ਚ ਖੜੀ ਹੈ। ਤਾਂ ਉਸ ਵਖਰੇਵੇਂ 'ਚੋਂ ਜਿਹੜੀ ਜੱਦੋ-ਜਹਿਦ ਹੁੰਦੀ ਹੈ, ਜਿਹੜੀ ਚਰਚਾ ਹੁੰਦੀ ਹੈ, ਉਸ ਚਰਚਾ 'ਚੋਂ DTF ਸਾਇੰਟੀਫਿਕਲੀ ਅੱਗੇ ਮੂਵ ਕਰਦੀ ਹੈ।
इस करके DTF तो आसां बहुत ने, पर यह चर्चा कल्ली सूबा कमेटी तक सीमित ना रह जाए जां कल्ली चर्चा ही ना रह जाए। इस चर्चा नूं एक्शन च किवें बदलना है, ਇਹਦੇ ਲਈ ਬਲਾਕ ਪੱਧਰ ਤੇ DTF ਦੀ ਐਕਟਿਵ ਪਾਰਟਿਸਪੇਸ਼ਨ ਦੀ ਲੋੜ ਹੈਗੀ ਹੈ ਤੇ ਮਾਨਸਾ ਜ਼ਿਲ੍ਹਾ ਇਸ ਗੱਲ ਦੇ ਅੰਦਰ ਪਿਛਲੇ ਸਮਿਆਂ 'ਚ ਕਾਫੀ ਅੱਗੇ ਵਧਿਆ ਹੈ। ਮਾਨਸੇ ਵਾਲੇ ਸਾਥੀਆਂ ਨੇ ਇੱਥੇ ਹਰੇਕ ਬਲਾਕ ਤੇ ਹਰੇਕ ਜ਼ਿਲ੍ਹੇ ਦੇ ਪੱਧਰ ਤੇ ਅਧਿਆਪਕਾਂ ਦੇ ਐਕਸ਼ਨਾਂ ਦੇ ਨਾਲ ਨਾਲ ਕਾਫੀ ਸਾਰੇ ਚਰਚਾ ਦੇ ਪੱਧਰ ਵੀ ਖੋਲ੍ਹੇ ਹੋਏ ਆ। ਅੱਜ ਤੋਂ 2-2.5 ਸਾਲ ਪਹਿਲਾਂ ਵੀ ਇੱਕ ਮਾਨਸਾ 'ਚ ਵੱਡੀ ਚਰਚਾ ਕੀਤੀ ਗਈ ਸੀ। ਤੁਸੀਂ ਇੱਥੇ ਆ ਪਿਛਲੇ ਦਿਨਾਂ 'ਚ 3 ਰਿਟਾਇਰਮੈਂਟ ਹੋਈਆਂ, ਤੀਸਰੀ ਹੈ ਅੱਜ। ਤਿੰਨਾਂ ਰਿਟਾਇਰਮੈਂਟਾਂ ਦੇ ਤੁਸੀਂ 3 ਚਰਚਾਵਾਂ ਕੀਤੀਆਂ ਹੈ। ਇਹਨੂੰ ਹੋਰ ਵਧਾਉਣ ਦੀ ਲੋੜ ਹੈ, ਪੰਜਾਬ ਦੇ ਹਰ ਕੋਨੇ 'ਚ ਖੜਨ ਦੀ ਲੋੜ ਹੈ। ਅੱਜ ਬਹੁਤ ਔਖੇ ਦੌਰ 'ਚੋਂ ਲੰਘ ਰਹੇ ਹਾਂ, ਜਦੋਂ ਸਾਡੇ ਕੋਲ ਸਿੱਖਿਆ ਦੀ ਜਿਹੜੀ ਥੋੜ੍ਹੀ ਬਹੁਤੀ ਬਚੀ ਖੁਚੀ ਨੀਤੀ ਸੀ, 2020 ਦੀ ਨੀਤੀ ਨੇ ਉਹ ਵੀ ਭੰਗ ਕਰ ਦਿੱਤੀ, ਉਹ ਵੀ ਖੋਹ ਲਈ। 1964 ਦਾ ਕਮਿਸ਼ਨ ਨਾਮ ਸੀਗਾ ਕੋਠਾਰੀ ਕਮਿਸ਼ਨ, ਤੁਸੀਂ ਸਾਰੇ ਸਾਥੀ ਜਾਣਦੇ ਹੋ, ਆਪਾਂ ਪੜ੍ਹ ਕੇ ਆਏ ਹਾਂ B.Ed ਦੇ ਅੰਦਰ। ਕੋਠਾਰੀ ਕਮਿਸ਼ਨ 'ਤੇ ਆਪਾਂ ਬਹੁਤ ਰੱਟੇ ਲਾਏ ਸੀ, ਮੈਨੂੰ ਯਾਦ ਹੈ। ਦੌਲਤ ਸਿੰਘ ਕੋਠਾਰੀ ਸੀਗਾ ਇਹਦਾ ਚੇਅਰਮੈਨ, ਜਿਹੜਾ ਕਿ UGC ਦਾ ਵੀ ਉਸ ਸਮੇਂ ਚੇਅਰਮੈਨ ਸੀਗਾ। ਤਾਂ ਦੌਲਤ ਸਿੰਘ ਕੋਠਾਰੀ ਬੜਾ ਕਾਬਲ ਬੰਦਾ ਸੀ, ਉਹਦੇ ਨਾਲ 16 ਮੈਂਬਰਾਂ ਦੀ ਇੱਕ ਟੀਮ ਸੀ। ਉਹ ਸਾਰੇ ਦੇ ਸਾਰੇ, ਕੋਈ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ, ਕੋਈ ਸੀ, ਕੋਈ ਇਕਨੋਮਿਕਸ ਡਿਪਾਰਟਮੈਂਟ ਦਾ, ਕੋਈ ਸਕੂਲ ਆਫ ਇਕਨੋਮਿਕਸ ਦਾ, ਕੋਈ ਸਕੂਲ ਆਫ ISRO ਵਾਲਿਆਂ ਦਾ। ਇਸੇ ਤਰ੍ਹਾਂ ਹੀ 20 ਮੈਂਬਰ ਉਸ ਕੋਠਾਰੀ ਕਮਿਸ਼ਨ 'ਚ ਭਾਰਤ ਤੋਂ ਬਾਹਰ ਦੇ ਸੀ। ਯੂਨੀਵਰਸਿਟੀ ਆਫ ਸਵੀਡਨ ਤੋਂ ਸੀਗੇ, ਈਵਨ ਜਿਹੜੀ UNESCO ਉਹਦੇ ਡਾਇਰੈਕਟਰ ਸੀਗੇ ਉਹਦੇ ਮੈਂਬਰ। ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਸੀਗੇ, ਲੰਡਨ ਸਕੂਲ ਆਫ ਇਕਨੋਮਿਕਸ ਤੋਂ ਸੀਗੇ। ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਵੱਡੇ ਵੱਡੇ ਜਿਹੜੇ ਸਕਾਲਰ ਸੀਗੇ ਉਹ ਆਏ ਸੀ। ਇਸ ਕਰਕੇ ਕੋਠਾਰੀ ਕਮਿਸ਼ਨ ਕਹਿੰਦਾ ਸੀ ਕਿ ਬੱਚਿਆਂ ਲਈ ਕੋ ਐਜੂਕੇਸ਼ਨਲ ਸਕੂਲ ਜਿਹੜੇ ਆ ਇਹਦੇ 'ਤੇ ਜ਼ੋਰ ਦਿੱਤਾ ਉਹਨੇ ਕਿ ਇਹਨਾਂ ਨੂੰ ਕੱਢੋ, ਇਸ ਦੇਸ਼ ਨੂੰ ਆਰਥੋਡਾਕਸਿਜ਼ਮ 'ਚੋਂ ਕੱਢੋ, ਇਹਨੂੰ ਬਾਹਰ ਕੱਢੋ ਇਹਦੇ 'ਚੋਂ ਹੌਲੀ ਹੌਲੀ। ਵੀ ਇਹ ਤੁਸੀਂ ਕੀ ਖਲਾਰਾ ਪਾ ਕੇ ਬੈਠੇ ਹੋ, ਕੁੜੀਆਂ ਅਲੱਗ ਰਹਿੰਦੀਆਂ ਹੈ, ਕੁੜੀਆਂ ਅਲੱਗ ਪੜ੍ਹਦੀਆਂ ਹੈ, ਕੁੜੀਆਂ ਡਰਦੀਆਂ ਹੈ, ਕੁੜੀਆਂ ਆਪਣੇ ਆਪ ਨੂੰ ਕੱਜ ਕੇ ਰੱਖਦੀਆਂ ਹੈ। ਉਹਦੀਆਂ ਸਿਫਾਰਸ਼ਾਂ ਸੀਗੀਆਂ ਪੋਜ਼ੀਟਿਵ। ਉਹਦੇ ਅੰਦਰ ਉਹਨਾਂ ਨੇ ਕਿਹਾ ਕਿ 30 ਬੱਚਿਆਂ ਪਿੱਛੇ ਇੱਕ ਅਧਿਆਪਕ ਦਿਓ। ਉਹਦੇ ਅੰਦਰ ਉਹਨਾਂ ਨੇ ਕਿਹਾ ਕਿ ਸਕੂਲ ਦੇ ਅੰਦਰ ਵਾਸ਼ਰੂਮਸ, ਪੀਣ ਵਾਲੇ ਪਾਣੀ ਦੀਆਂ ਥਾਵਾਂ, ਟਾਇਲਟਸ ਉਹ ਹੋਣੀਆਂ ਚਾਹੀਦੀਆਂ ਹੈ, ਲੜਕੀਆਂ ਲਈ ਵਿਸ਼ੇਸ਼ ਹੋਣੀਆਂ ਚਾਹੀਦੀਆਂ, ਬਹੁਤ ਵਧੀਆ ਹੋਣੀਆਂ ਚਾਹੀਦੀਆਂ ਹੈ। ਕੀ ਕੋਠਾਰੀ ਕਮਿਸ਼ਨ ਨੂੰ 1966 ਦੇ ਅੰਦਰ ਉਹਦੀ ਰਿਪੋਰਟ ਆਈ। 1966 ਤੋਂ 2020 ਤੱਕ ਦਾ ਸਫ਼ਰ ਹੈ, 34 ਦੇ 20 54 ਸਾਲ ਦਾ ਸਫ਼ਰ। ਕੀ 54 ਸਾਲਾਂ 'ਚੋਂ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਚੌਥਾ ਹਿੱਸਾ ਵੀ ਸਾਡੀ ਸਰਕਾਰ ਨੇ ਲਾਗੂ ਕੀਤਾ, ਜਾਂ ਅਸੀਂ ਕੋਠਾਰੀ ਕਮਿਸ਼ਨ 'ਤੇ ਕੋਈ ਬਹੁਤ ਵੱਡੀ ਲਾਮਬੰਦੀ ਕੀਤੀ ਹੋਵੇ? ਅੱਜ ਉਸ ਕੋਠਾਰੀ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਜਿਹੜੀਆਂ ਪੋਜ਼ੀਟਿਵ ਸੀ ਉਹ ਰੱਦੀ ਦੀ ਟੋਕਰੀ 'ਚ ਸੁੱਟ ਕੇ ਇੱਕ 2020 ਦੇ ਅੰਦਰ ਨਵੀਂ ਸਿੱਖਿਆ ਨੀਤੀ ਆ ਗਈ। ਜੇ ਸਿੱਖਿਆ ਨੀਤੀ ਦੇ ਜਿੰਨੇ ਮੈਂਬਰ ਸੀ ਉਹਨਾਂ ਨੇ ਸਕੂਲਾਂ 'ਚ ਜਾਣ ਦੀ ਬਜਾਏ, ਉਹਨਾਂ ਨੇ ਪਿੰਡਾਂ 'ਚ ਜਾ ਕੇ ਲੋੜਾਂ ਦੇਖਣ ਦੀ ਬਜਾਏ, ਉਹਨਾਂ ਨੇ ਪ੍ਰਾਇਮਰੀ ਸਕੂਲ 'ਚ ਬੈਠ ਕੇ ਉਸ ਪ੍ਰਾਇਮਰੀ ਸਕੂਲ ਦੀਆਂ ਲੋੜਾਂ ਨੂੰ ਅੰਕਲਨ ਕਰਨ ਦੀ ਬਜਾਏ, ਉਹਨਾਂ ਨੇ ਨਾਗਪੁਰ ਹੈੱਡਕੁਆਟਰ ਜਿਹੜਾ RSS ਦਾ ਹੈੱਡਕੁਆਟਰ ਹੈ ਉੱਥੇ ਜਾਣਾ ਬਿਹਤਰ ਸਮਝਿਆ। ਜਿਹੜੇ ਸਾਰੀਆਂ ਉਹਨਾਂ ਯੂਨੀਵਰਸਿਟੀਆਂ ਦੇ ਅੰਦਰ ਗਏ, ਜਿਹੜੀਆਂ ਯੂਨੀਵਰਸਿਟੀਆਂ ਦੇ ਅੰਦਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਨੇ ਸਾਰੀਆਂ ਸਿਫਾਰਸ਼ਾਂ ਉਹਨਾਂ ਯੂਨੀਵਰਸਿਟੀਆਂ ਦੇ VC ਤੋਂ ਲਈਆਂ, ਜਿਹੜੇ VC ਆਪਣੀ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀਆਂ ਦੀ ਕੋਈ ਸਟੂਡੈਂਟ ਯੂਨੀਅਨ ਬਣਨ ਨੂੰ ਵੀ ਤਿਆਰ ਨਹੀਂ ਹੈ, ਬਣਨ ਦੇ ਅੰਦਰ ਰੁਕਾਵਟ ਨੇ। ਇਸ ਕਰਕੇ ਉਹ ਹੈ ਸਿਫਾਰਸ਼ਾਂ ਤੁਹਾਡੇ ਸਾਹਮਣੇ। ਉਹ ਫਿਰ ਕਹਿੰਦੇ 3000 ਤੋਂ ਘੱਟ ਗਿਣਤੀ ਵਾਲਾ ਕਾਲਜ ਨਹੀਂ ਰਹੇਗਾ, ਭਾਵ ਜਿੱਥੇ ਗਿਣਤੀ ਘੱਟ ਹੈ ਉਹ ਕਾਲਜ ਨੂੰ ਲਾਗੇ ਕਿਸੇ ਕਾਲਜ ਦੇ ਨਾਲ ਮਰਜ ਕੀਤਾ ਜਾਏਗਾ। ਤਾਂ ਫਿਰ ਜਦੋਂ ਮਰਜ ਕਰਨਾ ਹੈ ਤਾਂ ਉਹਦਾ ਸਭ ਤੋਂ ਵੱਡਾ ਕੁਹਾੜਾ ਕਿਹਦੇ 'ਤੇ ਚੱਲਣਾ ਹੈ? ਕੁੜੀ ਦੀ ਸਿੱਖਿਆ ਜਾਣੀ ਹੈ, ਜਿਹੜੀ ਆਪਣੇ ਲਾਗੇ ਕਿਸੇ ਕਾਲਜ 'ਚੋਂ ਸਿੱਖਿਆ ਲੈ ਲੈਂਦੀ ਸੀ, ਤਾਂ ਉਹ 30 ਕਿਲੋਮੀਟਰ ਦੂਰ ਕਾਲਜ 'ਚੋਂ ਆਪਣੀ ਸਿੱਖਿਆ ਨਹੀਂ ਲੈ ਸਕੇਗੀ। ਉਹਦਾ ਸਭ ਤੋਂ ਵੱਡਾ ਹਮਲਾ ਕੁੜੀਆਂ 'ਤੇ ਹੋਣਾ ਹੈ। ਉਹਦਾ ਸਭ ਤੋਂ ਦੂਸਰਾ ਵੱਡਾ ਹਮਲਾ ਦਲਿਤਾਂ 'ਤੇ ਹੋਣਾ ਹੈ ਕਿ ਜਦੋਂ ਐਜੂਕੇਸ਼ਨ ਨੇ ਮਹਿੰਗੀ ਹੋਣਾ ਤਾਂ ਦਲਿਤ ਉਸ ਸਟਰੀਮ 'ਚੋਂ ਬਾਹਰ ਹੋ ਜਾਣੇ। ਜਿਹਦਾ ਸਭ ਤੋਂ ਵੱਡਾ ਹਮਲਾ ਕਿਰਤੀ ਜਮਾਤ 'ਤੇ ਹੋਣਾ ਹੈ। ਕਿਰਤੀ ਜਮਾਤ 'ਤੇ 1 ਕਿੱਲੇ ਵਾਲੇ, 2 ਕਿੱਲੇ ਵਾਲੇ, 2.5 ਕਿੱਲੇ ਵਾਲੇ ਕਿਸਾਨ 'ਤੇ ਹੋਣਾ, ਜਿਹਨੇ ਆਪਣੇ ਬੱਚੇ ਨੂੰ ਮਹਿੰਗੀ ਫੀਸ ਦੇ ਕੇ ਨਹੀਂ ਪੜ੍ਹਾ ਸਕਦਾ। ਉਹਦੇ ਅੰਦਰ ਬੜੀਆਂ ਇਵੇਂ ਦੀਆਂ ਸਿਫਾਰਸ਼ਾਂ ਹੈ, ਸਾਰੀ ਦੀ ਸਾਰੀ ਉਹ ਪੋਲਿਸੀ ਪੜ੍ਹਨ ਵਾਲੀ ਹੈ। ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਅਤੇ ਮੈਨੂੰ ਬੜੇ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਅਧਿਆਪਕ ਸਾਥੀਆਂ 'ਚੋਂ ਅਜੇ ਮੈਨੂੰ ਲੱਗਦਾ 70% ਅਧਿਆਪਕਾਂ ਨੇ ਪੋਲਿਸੀ ਨਹੀਂ ਪੜ੍ਹੀ। ਉਹਦੀ ਡਰਾਫਟ ਛੋਟਾ ਹੀ ਹੈਗਾ, ਜ਼ਿਆਦਾ ਵੱਡਾ ਡਰਾਫਟ ਨਹੀਂ ਹੈ। ਆਪਾਂ ਉਹਨੂੰ ਨਹੀਂ ਪੜ੍ਹਾਂਗੇ ਤਾਂ ਮੁਕਾਬਲਾ ਕਿਵੇਂ ਹੋਏਗਾ? ਸਾਨੂੰ ਥੀਸਿਸ 'ਤੇ ਪੜ੍ਹਨਾ ਹੀ ਚਾਹੀਦਾ ਹੈ, ਸਾਨੂੰ ਐਂਟੀ ਥੀਸਿਸ ਵੀ ਤਾਂ ਪੜ੍ਹਨਾ ਚਾਹੀਦਾ ਹੈ ਨਾ। ਜੇ ਐਂਟੀ ਥੀਸਿਸ ਨਹੀਂ ਪੜ੍ਹਾਂਗੇ ਤਾਂ ਫਿਰ ਥੀਸਿਸ ਕਿਵੇਂ ਡਿਵੈਲਪ ਕਰਾਂਗੇ? ਇਸ ਕਰਕੇ ਸਾਨੂੰ ਸਾਰਾ ਕੁਝ ਪੜ੍ਹਨ ਦੀ ਲੋੜ ਹੈ। ਸਾਨੂੰ ਅਖਬਾਰਾਂ ਦੀਆਂ ਹੈਬਿਟ ਬਦਲਣ ਦੀ ਲੋੜ ਹੈ। ਸਾਨੂੰ ਚੁਣਨੀਆਂ ਪੈਣਗੀਆਂ ਕਿਹੜੀਆਂ ਅਖਬਾਰਾਂ ਕਿੱਥੇ ਖੜੀਆਂ ਹੈ।
पंजाबी ट्रिब्यून ਜ਼ਿਕਰਯੋਗ ਕੰਮ ਕਰ ਰਹੀ ਹੈ। बड़े बड़े वधिया पत्रकार पंजाबी ट्रिब्यून साथी चरणजीत होरी ने बहुत वधिया रिपोर्टिंग कर रहे हैं। द हिंदू अखबार पढ़नी चाहिए है, चाहे कदे कदा ही पढ़ लीए, हफ्ते च एक दिन ही पढ़ लीए। जे होर नहीं कोई पढ़ता तो जथेबंदियां दे जिला प्रधानां, जिला सैकटरियां, ब्लाक प्रधानां, सैकटरियां तो जरूरी पढ़ लेनी चाहिए है, क्योंकि असीं एक समाज के किस हिस्से नूं संबोधन होना है। ये भयानक समा अगे है। ये लड़ाई किसानी की किते धरनियां तक थोड़ी है। तुसीं मोदी पिछे हटण वाला नहीं है। फाशिस्ट कभी पिछे नहीं हटते, इन्हां दी खासियत हुंदी है। इन्हां नूं लाया जाता है हमेशा। हिटलर भी लाया सी, मुसोलिनी भी लाया सी। मुसोलिनी का हशर तुसीं पढ़ो, उहदे पार्टीज़नां ने की कीता सी। हिटलर का की होया सी। ये फाशिस्ट लोग चुक के लाउंदे आ हमेशा। ये लड़ाई वधनी है। रिलायंस जां होरां ने आउणा, इत्थे लोकां दीयां ज़मीनां दे विच आउणा है, तो जदों लोकां दीयां ज़मीनां च आउणा फिर धरनियां तक सीमित नहीं रहनी। ये अगे वधनी है लड़ाई। ये छत्तीसगढ़ के जिहड़े दांतेवाड़ा के बस्तर के जंगलों की लड़ाई है, उस किस्म की लड़ाई बननी है। पंजाब के अंदर भी, हरियाणे के अंदर भी उन्होंने खोण आउणा है, तो खोण उन्होंने कल्लियां नहीं आउणा, फौज लैके आउणा है तुहाडे कोल। वो गए हुए आ सारे थावां ते। जरा सारे का सारा एवें कश्मीर नूं तोड़ तोड़ के ना वेखी जाइए, एवें नागालैंड नूं तोड़ के ना वेखीए। ये सारा एक्सपैरीमेंट है जिहड़ा उत्थे कीता गया है, तो साडे ते कीता जाण दी तैयारी है, क्योंकि पंजाब पूरे हाकमां दी नज़र च बड़ा रड़कदा है। इसे करके ही पंजाब तोड़िया सी, इसे करके ही पंजाब की सारी रूह और पाकिस्तान के वल धक्की सीगी। अज पंजाब के अंदर खड़ के सानू पंजाब के हाण की DTF बनाउणी पैनी है, पंजाब के हाण की। तो पंजाब का हाण किद्दां होना है? पंजाब का हाण फिर बंदा बहादुर वाला है। पंजाब का हाण कोई छोटा थोड़ी है। तो हाकमां दे मूँह भी उदां ही मुड़ने हैं। इस करके एक वड्डी लड़ाई सामने है। इस वड्डी लड़ाई नूं मुखातिब होना साडी जिम्मेवारी है, DTF की जिम्मेवारी है। जिन्नी वड्डी समझ है उन्नी वड्डी जिम्मेवारी है। सो साथी, कृष्ण होरां दे सेवा मुक्ति के उत्ते ये चर्चा तुसीं चलाई है। मैं समझदा इस तो वधिया सेवा मुक्ति तो इस तो वधिया इन्हां नूं शुभकामनावां होर की हो सकदियां है कि इन्हां दी सेवा मुक्ति के मौके आपां कोई चर्चा कर रहे हैं। तो चर्चा का केंद्र बिंदु समाज सिक्ख्या है। चर्चा का केंद्र बिंदु साडा आउण वाला भविख है, जिहड़ा भविख जे डैटे के रूप हवा च है, तो अज तो 50 साल बाद उन्हें पैदा होना है। इस करके उस भविख लई ये चर्चा है। चर्चा बड़ी सार्थक है। ये पॉइंट रखने का मौका जोड़ा है वो तुसीं मैनू भी दिता, मैं DMF वालों, DTF वालों ये तुहाडे नाल कुछ चंद गल्लां जिहड़ियां सांझियां कीतियां। समा काफ़ी लै लिया, पर चर्चावां 'च समा वध लैना ही पएगा। ये सानू तैयार होना ही पैना है भी सानू लंबियां लंबियां मीटिंगां करनियां पैणियां। उहदे चों जिहड़ा एक्सट्रैक्ट कड्ढना है, उहदे विचों साडे समाज के अंदर एक बेहतरीन मौका मिलना है, बेहतरीन लहर की उसारी होनी है। इस करके लहर सधारण नहीं है साथियों। तैयार होवो। अध्यापक लहर नूं तिखा करन लई, तेज करन लई, उहदे नाल मुलाजम लहर नूं एकजुट ते हमलावर करन लई। हुण डिफेंसिव का समा मुक गया है। किसान हमलावर होए है, सारे टोल प्लाजिਆਂ वाले भज गए, छड्ड के भज गए है। रिलायंस पंपां वाले भज गए, क्योंकि किसानी अपनी फॉर्म चाहिए। लोग घरां चों निकले हैं, जो 10 दिन बाद होर निकलने हैं। इस मूवमेंट ने मल्टीप्लाई होना है। इवें ही अध्यापकों नाल, इवें ही मुलाजमां नाल, इवें ही समाज के हर तबके नाल ये घटनावां घटनियां है। तो आपां नूं उहदे विच अपना बनदा रोल पाउणा पैना है, अगे वध के लड़ना पैना है। क्योंकि जे ये हिस्टरी 'च आपां रोल अदा ना कीता, समाज विच अनारकी भी फैल सकती है। समाज किधर नूं जाएगा तो वह फिर पता नहीं हुंदा। आपां उस समाज की अगवाई करन योग हो जाइए, उन्हां लहरां दे नाल मोढे नाल मोढा जोड़ के खड़न योग हो जाइए। ये साडी इतिहासक जिम्मेवारी है, तो इनू आपां निभावांगे। मेरी DMF वालों, DTF वालों तुहानूं बेनती है कि अगले दिनों भी आपां भी जिहड़े प्रोग्राम कर रहे हैं, मोहाली है, तुहाडा इत्थे बठिंडे है 29 अक्तूबर नूं, मोहाली हैगा 9 नवंबर नूं। हुण वो गिणतियां मिणतियां छड्डीए, घरां चों बाहर निकलीए, औरतां वड्डी गिणती 'च बाहर आउण, कल्लियां बाहर ही ना आउण, औरतां आगू सफा 'च भी आउण। कोशिश करन आपां भी सारे कंट्रीब्यूट करिए कि औरतां नूं सूबा कमेटियां 'च, जिला कमेटियां 'च, ब्लॉक कमेटियां 'च इन्हां नूं बनदा सथान दिता जाए। क्योंकि जिन्नी कैपेसिटी इन्हां 'च पई है, साथी हमीर होरां ने कहा कि मिड डे मील वालियां दलित औरतां जे मैदान के अंदर झंडा चुक के
ਕੈਪਟਨ ਦੇ ਨਾਲ ਉਹਦੀਆਂ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕਦੀਆਂ ਹੈ। ਆਸ਼ਾ ਵਰਕਰ, ਆਂਗਣਵਾੜੀ ਵਰਕਰ, ਹੈਲਪਰ ਗੱਲ ਕਰ ਸਕਦੀਆਂ ਹੈ, ਤਾਂ ਫਿਰ ਸਾਡੀਆਂ ਅਧਿਆਪਕ ਜਿਹੜੀਆਂ ਉਹ ਗੱਲ ਕਿਉਂ ਨਹੀਂ ਕਰ ਸਕਦੀਆਂ? ਉਹ ਇਕੱਲੇ ਕ੍ਰਿਸ਼ਨ ਕੁਮਾਰ ਵਰਗੇ ਭੜਪੂੰਜੇ ਜੇ ਕੋਈ ਸਕੂਲ ਦੇ ਅੰਦਰ ਘਬਰਾਈਆਂ ਕਿਉਂ ਤੁਰੀਆਂ ਫਿਰ? ਕੀ ਕ੍ਰਿਸ਼ਨ ਕੁਮਾਰ ਅਲਟੀਮੇਟ ਅਥਾਰਟੀ ਹੈ? ਬਾਬਰਾਂ ਦੇ ਨਾਲ ਟੱਕਰ ਲੈਣ ਵਾਲਿਆਂ ਦੇ ਵਾਰਸ, ਔਰੰਗਜ਼ੇਬਾਂ ਨਾਲ, ਫਰਖਸ਼ੀਰਾਂ ਨਾਲ ਟੱਕਰ ਲੈਣ ਵਾਲਿਆਂ ਦੇ ਵਾਰਸ ਇੱਕ ਉਹ ਮਚਾਊਂ ਜੇ ਕ੍ਰਿਸ਼ਨ ਕੁਮਾਰ ਦੇ ਕੋਲੋਂ ਘਬਰਾਉਂਦੇ ਫਿਰਨ, ਜਿਹਦੀ ਨਾ ਕੋਈ ਲਿਆਕਤ ਹੈ, ਸਰਕਾਰ ਦੀਆਂ ਨੀਤੀਆਂ ਨੂੰ ਡੰਡੇ ਦੇ ਨਾਲ ਕਿਵੇਂ ਲਾਗੂ ਕਰ ਰਿਹਾ ਹੈ, ਉਹਨਾਂ ਦਾ ਹੱਥ ਠੋਕਾ, ਇਹ ਤੋਂ ਵੱਧ ਕੁਛ ਨਹੀਂ ਹੈ। ਉਹ ਤੋਂ ਹੀ ਘਬਰਾਏ ਘੁੰਮੇ ਜਾਈਏ। ਇਸ ਕਰਕੇ ਉਹ ਘਬਰਾਹਟ 'ਚੋਂ ਬਾਹਰ ਨਿਕਲੀਏ, ਮੈਦਾਨ 'ਚ ਆਈਏ। ਜਦੋਂ ਮੈਦਾਨ 'ਚ ਆ ਕੇ ਸਾਰੀਆਂ ਘਬਰਾਹਟਾਂ ਆਪਣੇ ਆਪ ਦੂਰ ਹੋ ਜਾਣੀਆਂ। ਮੈਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ, ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਸਾਥੀ ਕ੍ਰਿਸ਼ਨ ਭੁਰਾ ਨਾਲ, ਉਹਨਾਂ ਦੇ ਸਮੁੱਚੇ ਪਰਿਵਾਰ ਨਾਲ ਅੱਜ ਦੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ ਹੋਇਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਹੈ ਕਿ ਉਹ ਸਾਥੀ ਜਿੱਥੇ ਵੀ ਜਿਹੜੀ ਵੀ ਸਮਝ ਦੇ ਵਿੱਚ ਕੰਮ ਕਰਦੇ ਨੇ, ਉਸ ਸਮਝ ਦੇ ਵਿੱਚ ਉਹ ਆਪਣਾ ਬਾਕੀ ਜੀਵਨ ਜਿਹੜਾ ਹੈ ਵੱਧਦਿਆਂ ਹੋਇਆਂ, ਲੜਦਿਆਂ ਹੋਇਆਂ ਸਮਾਜ ਦੇ ਲੇਖੇ ਲਗਾ ਦੇਣ। ਇਹ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੈ। ਤੁਹਾਡਾ ਸਾਥੀਆਂ ਦਾ ਧੰਨਵਾਦ। ਜੈ ਜਨਤਾ, ਜੈ ਸਰ।